ਕੁਝ ਬਾਉਂਡਰੀਜ਼ ਮੈਂ ਦੇਖਦੀ ਹਾਂ ਵੀ ਅਸੀਂ ਐਕਸੈਪਟ ਕਰ ਚੁੱਕੇ ਹਾਂ, ਕੁਝ ਅਸੀਂ ਬਿਲਕੁਲ ਨਹੀਂ ਕੀਤੀਆਂ। ਜਿਵੇਂ ਆਪਣੇ ਫੋਨਾਂ ਨੂੰ ਪਾਸਵਰਡ ਲਾਉਣਾ, ਦੋਨਾਂ ਦਾ ਅਸੀਂ ਐਕਸੈਪਟ ਕਰ ਲਿਆ ਹੋਇਆ। ਮੈਨੂੰ ਇੱਕ ਕਲਾਇੰਟ ਨੇ ਕਿਹਾ ਕਿ ਮੈਂ ਸਾਰਾ ਦਿਨ ਸਿਰਫ ਆਪਣੀ ਵਾਈਫ ਨੂੰ ਹੀ ਦੇਖ ਰਿਹਾ ਔਰ ਉਹ ਮੇਰੀ ਐਕਸੈਸ ਹੋ ਚੁੱਕੀ ਹੈ। ਰਿਸ਼ਤੇ ਮਨੁੱਖੀ ਅਹਿਸਾਸ ਦਾ ਬਹੁਤ ਵੱਡਾ ਆਧਾਰ ਹੁੰਦੇ ਨੇ, ਬਹੁਤ ਵੱਡਾ ਬੇਸਿਸ ਹੁੰਦੇ ਨੇ ਜਿਹਦੇ ਉੱਤੇ ਅਸੀਂ ਭਾਵਨਾਵਾਂ ਨੂੰ, ਜਜ਼ਬਾਤ ਨੂੰ ਬਿਲਡ ਕਰਦੇ ਹਾਂ। ਰਿਸ਼ਤਾ ਪਰਿਵਾਰ ਦੇ ਵਿੱਚ ਹੋਵੇ, ਪਰਿਵਾਰ ਤੋਂ ਬਾਹਰ ਹੋਵੇ, ਖੂਨ ਦਾ ਹੋਵੇ ਜਾਂ ਫਿਰ ਬਣਾਇਆ ਹੋਇਆ ਰਿਸ਼ਤਾ ਹੋਵੇ, ਅਕਸਰ ਰਿਸ਼ਤਿਆਂ ਦੇ ਵਿੱਚ ਆਪਾਂ ਕਲੋਜ਼ਨੈਸ ਦੀ ਗੱਲ ਕਰਦੇ ਹਾਂ, ਨਜ਼ਦੀਕੀ ਦੀ ਗੱਲ ਕਰਦੇ ਹਾਂ, ਨੇੜਤਾ ਦੀ ਗੱਲ ਕਰਦੇ ਹਾਂ। ਲੇਕਿਨ ਹਰ ਰਿਸ਼ਤੇ ਦਾ ਆਪਣਾ ਇੱਕ ਉਸਦੀ ਇੱਕ ਬਾਉਂਡਰੀ ਹੁੰਦੀ ਹੈ, ਉਸਦਾ ਇੱਕ ਉਹਦੀ ਸਰਹੱਦ ਹੁੰਦੀ ਹੈ, ਇੱਕ ਲਕੀਰ ਹੁੰਦੀ ਹੈ ਜਿਸ ਤੋਂ ਪਾਰ ਉਹ ਰਿਸ਼ਤਾ ਨਹੀਂ ਜਾ ਸਕਦਾ। ਜਿਸ ਇਨਸਾਨ ਦੇ ਨਾਲ ਸਾਡਾ ਰਿਸ਼ਤਾ ਹੁੰਦਾ ਉਸ ਦੇ ਨਾਲ ਵੀ ਕਈ ਵਾਰੀ ਉਸ ਰਿਸ਼ਤੇ ਦੇ ਵਿੱਚ ਕੁਝ ਬਾਉਂਡਰੀਜ਼ ਰੱਖਣੀਆਂ ਪੈਂਦੀਆਂ ਨੇ। ਬੜੀ ਅਜੀਬ ਲੱਗ ਸਕਦੀ ਹੈ ਗੱਲ ਕਿ ਸਪਾਊਜ਼ਲ ਰਿਸ਼ਤੇ ਦੇ ਵਿੱਚ ਜਾਂ ਰੋਮਾਂਟਿਕ ਰਿਸ਼ਤੇ ਦੇ ਵਿੱਚ ਅਕਸਰ ਅਸੀਂ ਗੱਲ ਕਰਦੇ ਹਾਂ ਏਕ ਜੋਤ ਦੋਏ ਮੂਰਤੀ ਦੀ, ਪਰ ਅਸੀਂ ਏਕ ਜੋਤ ਦੀ ਗੱਲ ਤਾਂ ਕਰ ਲੈਂਦੇ ਹਾਂ, ਦੋਏ ਮੂਰਤੀ ਵਾਲੀ ਗੱਲ ਅਸੀਂ ਭੁੱਲ ਜਾਂਦੇ ਹਾਂ। ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਬਾਉਂਡਰੀਜ਼, ਖਾਸ ਤੌਰ 'ਤੇ ਇੰਟੀਮੇਟ ਰਿਲੇਸ਼ਨਸ਼ਿਪਸ ਦੇ ਵਿੱਚ ਬਾਉਂਡਰੀਜ਼ ਕਿਉਂ ਜ਼ਰੂਰੀ ਨੇ, ਕੀ ਹੁੰਦੀਆਂ ਨੇ, ਅਤੇ ਅਸੀਂ ਉਹਨਾਂ ਬਾਰੇ ਕੀ ਜਾਣਦੇ ਹਾਂ ਅਤੇ ਕੀ ਜਾਣ ਸਕਦੇ ਹਾਂ। ਅਤੇ ਇਸ ਵਿਸ਼ੇ 'ਤੇ ਸਾਡੀ ਮਦਦ ਕਰਨ ਵਾਸਤੇ ਅੱਜ ਸਟੂਡੀਓ ਦੇ ਵਿੱਚ ਮਨਜਿੰਦਰ ਬਿੰਦਰਾ ਹੋਰੀ ਨੇ। ਮਨਜਿੰਦਰ ਹੋਰੀ ਰਜਿਸਟਰਡ ਸਾਈਕੋਥੈਰੇਪਿਸਟ ਨੇ ਅਤੇ ਇਹਨਾਂ ਵਿਸ਼ਿਆਂ ਦੇ ਉੱਤੇ ਬਹੁਤ ਮਹਾਰਤ ਰੱਖਦੇ ਨੇ। ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਜੀ ਅੱਜ ਪ੍ਰੋਗਰਾਮ ਰੋਸ਼ਨੀ ਵਿੱਚ ਆਉਣ ਲਈ। ਥੈਂਕ ਯੂ ਮਨਪ੍ਰੀਤ ਜੀ, ਪਹਿਲੀ ਗੱਲ ਇਨਵਾਈਟ ਕਰਨ ਲਈ, ਕਿਉਂਕਿ ਜਿਹੜਾ ਵਿਸ਼ਾ ਤੁਸੀਂ ਅੱਜ ਚੁਣਿਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਵਿਸ਼ਾ, ਬਟ ਇਸ 'ਤੇ ਕਈ ਵਾਰੀ ਅਸੀਂ ਅਕਸਰ ਗੱਲ ਨਹੀਂ ਕਰਦੇ, ਸੋ ਇਹ ਅਨਫੋਰਚੂਨੇਟ ਸਟੇਟ ਹੋ ਜਾਂਦੀ ਹੈ। ਥੈਂਕ ਯੂ ਤੁਸੀਂ ਇਹ ਸੋਚਣ ਲਈ ਅਤੇ ਉਹਨੂੰ ਸੁਸਾਇਟੀ ਦੇ ਸਾਹਮਣੇ ਇੱਕ ਐਜੂਕੇਸ਼ਨ ਦਾ ਪਲੈਟਫਾਰਮ ਬਣਾਉਣ ਲਈ। ਸ਼ੁਕਰੀਆ ਬਹੁਤ ਬਹੁਤ ਮਨਜਿੰਦਰ। ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਵੀ ਬਾਉਂਡਰੀਜ਼ ਆਮ ਤੌਰ 'ਤੇ ਬੜੀ ਕਲੀਅਰ ਇੱਕ ਇੰਡੀਕੇਸ਼ਨ ਹੋ ਜਾਂਦੀ ਹੈ ਵੀ ਕੁਝ ਖਤਮ ਹੋਇਆ ਅਤੇ ਕੁਝ ਸ਼ੁਰੂ ਹੋਇਆ, ਹੈ ਨਾ। ਇੱਕ ਲਕੀਰ ਅਸੀਂ ਵਾਹੀ ਹੈ ਕਿ ਵੀ ਇੱਥੇ ਸਮਥਿੰਗ ਹੈਜ਼ ਐਂਡਡ ਅਤੇ ਕੁਝ ਨਵਾਂ ਜਾਂ ਕੁਝ ਅਲੱਗ ਸ਼ੁਰੂ ਹੋਇਆ ਹੈਗਾ। ਅਤੇ ਰਿਸ਼ਤਿਆਂ ਦੇ ਵਿੱਚ ਕੀ ਇਹ ਸੰਭਵ ਹੁੰਦਾ ਹੈ ਕਿ ਬਾਉਂਡਰੀਜ਼ ਮੇਨਟੇਨ ਹੋ ਸਕਣ? ਜੀ ਬਿਲਕੁਲ ਮਨਪ੍ਰੀਤ ਜੀ, ਇਹ ਬਹੁਤ ਹੀ ਵਧੀਆ ਔਰ ਮਜ਼ੇਦਾਰ ਸਵਾਲ ਹੈ, ਬਟ ਇਹਦੇ ਸਭ ਤੋਂ ਪਹਿਲੇ ਇਹ ਚੀਜ਼ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਗੱਲ ਕਰੀਏ ਬਾਉਂਡਰੀ ਹੈ ਕੀ ਚੀਜ਼ ਹੈ, ਰਾਈਟ। ਕਈ ਵਾਰੀ ਤੁਸੀਂ ਦੇਖੋ, ਮੈਂ ਅਗਰ ਕਿਸੇ ਕਲਾਇੰਟ ਦੀ ਗੱਲ ਕਰਾਂ ਜਾਂ ਆਪਣੇ ਤਜਰਬੇ ਤੋਂ ਦੱਸਾਂ, ਜਦੋਂ ਕੋਈ ਆਉਂਦੇ ਹੈ ਮੈਰਿਜ ਕਾਉਂਸਲਿੰਗ ਲਈ ਅਤੇ ਉਹ ਬੜਾ ਹੈਰਾਨ ਹੁੰਦੇ ਆ ਇਹ ਵਰਡ ਸੁਣ ਕੇ ਵੀ ਕਿ ਕੀ ਕਹਿ ਰਹੇ ਹੋ ਤੁਸੀਂ, ਕਿ ਇਹ ਮੇਰੀ ਵਾਈਫ ਹੈ, ਇਹ ਮੇਰਾ ਹਸਬੈਂਡ ਹੈ, ਮੈਂ ਇਹਦੇ ਨਾਲ ਲਕੀਰ ਕਿਉਂ ਖਿੱਚਾਂ ਪਹਿਲੀ ਗੱਲ, ਅਤੇ ਕੀ ਖਿੱਚਾਂ, ਰਾਈਟ। ਔਰ ਤੁਸੀਂ ਬਹੁਤ ਹੀ ਵਧੀਆ ਐਕਸਪਲੇਨੇਸ਼ਨ ਦਿੱਤੀ ਕਿ ਆਪਾਂ ਏਕ ਜੋਤ ਦੀ ਗੱਲ ਕਰਦੇ ਹਾਂ, ਬਟ ਆਪਾਂ ਦੋ ਮੂਰਤ ਨੂੰ ਭੁੱਲ ਜਾਂਦੇ ਹਾਂ, ਰਾਈਟ। ਜਦੋਂ ਆਪਾਂ ਮੈਰਿਜ ਰਿਲੇਸ਼ਨਸ਼ਿਪ 'ਚ ਪੈਂਦੇ ਹਾਂ ਅਤੇ ਆਪਾਂ ਇਹ ਕਹਿੰਦੇ ਹਾਂ ਕਿ ਵੀ, ਰਾਈਟ, ਬਟ ਉਹ ਵੀ ਜਿਹੜਾ ਹੈ ਉਹ ਆਪਾਂ ਕਦੀ ਨਹੀਂ ਸੋਚਦੇ ਕਿ ਜਿਹੜਾ ਐਲਫਾਬੈਟ ਵੀ ਹੈ ਉਹ ਵੀ ਦੋ ਡੰਡੀਆਂ ਨਾਲ ਜੁੜ ਕੇ ਬਣਦਾ। ਜੇ ਉਹ ਦੋ ਡੰਡੀਆਂ ਅਸੀਂ ਹਿਲਾ ਦਈਏ ਉੱਥੋਂ ਅਤੇ ਉਹ ਕਿਤੇ ਨਹੀਂ ਰਹਿ ਜਾਂਦਾ, ਰਾਈਟ। ਸੋ ਉਹ ਦੋ ਡੰਡੀਆਂ ਦੀ ਜਿਹੜੀ ਉਹ ਦੋ ਇਨਸਾਨਾਂ ਦੀ ਹੋਂਦ ਹੈ ਉਹ ਤੋਂ ਜੁੜ ਕੇ ਬਣੇਗਾ। ਉਹਦੇ 'ਚ ਤੁਸੀਂ ਨਾ ਇੱਕ ਨੂੰ ਖ਼ਤਮ ਕਰ ਸਕਦੇ ਹੋ ਨਾ ਦੂਸਰੇ ਨੂੰ। ਸੇਮ ਵੇ ਜਦੋਂ ਆਪਾਂ ਬਾਉਂਡਰੀਜ਼ ਦੀ ਗੱਲ ਕਰਦੇ ਹਾਂ, ਪਰਸਨਲ ਬਾਉਂਡਰੀਜ਼ ਦੀ ਗੱਲ ਕਰਦੇ ਹਾਂ, ਕਿ ਉਹ ਹੈ ਕੀ ਚੀਜ਼ ਨੇ, ਉਹ ਬੇਸਿਕਲੀ ਉਹ ਐਕਸੈਪਟੈਂਸ ਹੈ ਕਿ ਉਸ ਰਿਲੇਸ਼ਨਸ਼ਿਪ ਵਿੱਚ ਤੁਸੀਂ ਦੋ ਜਾਣੇ ਐਗਜ਼ਿਸਟ ਕਰਦੇ ਹੋ, ਦੋ ਸੋਚ ਐਗਜ਼ਿਸਟ ਕਰਦੀਆਂ, ਦੋ ਲਾਈਕਸ ਦੋ ਡਿਸਲਾਈਕਸ ਐਗਜ਼ਿਸਟ ਕਰਦੀਆਂ, ਦੋ ਪ੍ਰੈਫਰੈਂਸਿਸ ਐਗਜ਼ਿਸਟ ਕਰਦੀਆਂ, ਔਰ ਸਭ ਤੋਂ ਸ਼ਖਸੀਅਤ ਹੈ ਨਾ। ਔਰ ਸਭ ਤੋਂ ਵੱਡੀ ਚੀਜ਼ ਦੋ ਡਿਫਰੈਂਟ ਮਾਈਂਡ ਸੈਟਸ ਨੇ। ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੁਸੀਂ ਇਹ ਕਦੀ ਨਹੀਂ ਸੋਚਦੇ ਕਿ ਇੱਕ ਕੋਈ ਬਲੈਕ ਬੋਰਡ 'ਤੇ ਲਿਖੀ ਹੋਈ ਚੀਜ਼ ਹੈ ਜਿਹਨੂੰ ਤੁਸੀਂ ਮਿਟਾ ਦੋਗੇ।
ਰਾਈਟ, ਤੇ ਇੱਕੋ ਚੀਜ਼ ਚੱਲੇਗੀ, ਦੈਟ ਇਜ਼ ਉਹ ਪੋਸੀਬਲ ਨਹੀਂ ਹੋ ਪਾਉਂਦਾ। ਬਟ ਆਪਾਂ ਜਦੋਂ ਇਹਨਾਂ ਬਾਰੇ ਰਿਫਲੈਕਟ ਨਹੀਂ ਕਰਦੇ, ਆਪਾਂ ਇਹਨਾਂ ਬਾਰੇ ਸੋਚਦੇ ਨਹੀਂ, ਇਹਨਾਂ ਬਾਰੇ ਗੱਲ ਨਹੀਂ ਕਰਦੇ, ਤੇ ਉਹ ਫਿਰ ਅੱਗੇ ਚੱਲ ਕੇ ਇੱਕ ਫਰਸਟ੍ਰੇਸ਼ਨ ਦਾ ਕਾਰਨ ਬਣ ਜਾਂਦੀਆਂ ਨੇ, ਇੱਕ ਪ੍ਰੋਬਲਮ ਦਿਖਣ ਲੱਗ ਜਾਂਦੀ ਹੈ। ਬਟ ਮੇਨ ਜਿਹੜਾ ਮੁੱਦਾ ਪ੍ਰੋਬਲਮ ਉਹ ਇਨਸਾਨ ਨਹੀਂ ਹੁੰਦਾ, ਉਹ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਆਪਣੇ ਰਿਲੇਸ਼ਨ ਨੂੰ ਕਿਵੇਂ ਹੈਂਡਲ ਕਰ ਰਹੇ ਹਾਂ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਇੱਥੇ ਕਿ ਆਪਾਂ ਅਗਰ ਦੇਖੀਏ ਕਿ ਇੰਸਟੀਟਿਊਸ਼ਨ ਹੈ, ਮੈਰਿਜ ਵੀ ਇੱਕ ਇੰਸਟੀਟਿਊਸ਼ਨ ਹੈ, ਇੱਕ ਸਟਰਕਚਰ ਹੈ, ਉਹਦੇ ਕੁਝ ਤੌਰ ਤਰੀਕੇ ਨੇ, ਉਹਦੇ ਕੋਈ ਰੂਲਸ ਰੈਗੂਲੇਸ਼ਨਸ ਨੇ, ਉਹਦੀਆਂ ਕੋਈ ਗਾਈਡਲਾਈਨਸ ਨੇ, ਰਾਈਟ। ਤੇ ਕੋਈ ਵੀ ਢਾਂਚਾ ਅਗਰ ਤੁਸੀਂ ਬਿਨਾਂ ਦੀਵਾਰਾਂ ਤੋਂ ਖੜਾ ਕਰੋਗੇ ਉਹ ਇੰਪੋਸੀਬਲ ਹੈ। ਬਟ ਅਸੀਂ ਇੱਕ ਮੈਰਿਜ ਇੰਸਟੀਟਿਊਸ਼ਨ ਐਸਾ ਇੱਕ ਇੰਸਟੀਟਿਊਸ਼ਨ ਬਣਾ ਲੈਂਦੇ ਹਾਂ ਕਿ ਜਿਹਦੇ 'ਚ ਆਪਾਂ ਕੋਈ ਇਮਾਰਤ ਖੜੀ ਕਰਨ ਦੀ ਜਾਂ ਕੋਈ ਦੀਵਾਰਾਂ ਖੜੀ ਕਰਨ ਦੀ ਗੱਲ ਨਹੀਂ ਕਰਦੇ। ਪਰ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਦੀਵਾਰ, ਔਰ ਜੇ ਤੁਹਾਡੇ ਵਾਲੀ ਐਗਜ਼ਾਮਪਲ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਲੈ ਕੇ ਜਾਈਏ ਤੇ ਦੀਵਾਰਾਂ ਤੋਂ ਬਿਨਾਂ, ਕੰਧਾਂ ਤੋਂ ਬਿਨਾਂ, ਵਾਕਈ ਤੁਹਾਡੀ ਗੱਲ ਠੀਕ ਹੈ ਕਿ ਛੱਤ ਐਗਜ਼ਿਸਟ ਨਹੀਂ ਕਰ ਸਕਦੀ ਜੀ, ਹੈ ਨਾ। ਜੇ ਸਾਰਾ ਕੁਝ ਹੀ ਖੁੱਲ੍ਹਾ ਹੋਏਗਾ, ਚੰਗੀ ਗੱਲ ਹੈ, ਖੁੱਲ੍ਹਾ ਹੋਣਾ ਔਰ ਇੱਕ ਦੂਸਰੇ ਦੇ ਪ੍ਰਤੀ ਖੁੱਲ੍ਹੇ ਹੋਣਾ ਬਹੁਤ ਵੱਡੀ ਗੱਲ ਹੈ, ਦਿਲੋਂ ਦਿਮਾਗ ਖੁੱਲ੍ਹੇ ਹੋਣੇ ਬਹੁਤ ਵੱਡੀ ਗੱਲ ਹੈ ਜੀ। ਮੈਨੂੰ ਤਾਂ ਇਉਂ ਲੱਗਦਾ ਵੀ ਇਹ ਬਾਉਂਡਰੀਜ਼ ਸ਼ਾਇਦ ਉਸ ਖੁੱਲ੍ਹ ਨੂੰ ਇਸਟੈਬਲਿਸ਼ ਕਰਨਗੀਆਂ ਜੀ, ਉਹ ਵੈਂਟੀਲੇਸ਼ਨ ਦਾ ਸੋਰਸ ਨੇ ਜੀ ਜੀ, ਰਾਈਟ। ਸੋ ਉਹ ਐਕਚੁਅਲੀ ਉਹ ਇੱਕ ਸਪੇਸ ਹੈ ਜਿਹਦੇ 'ਚ ਤੁਸੀਂ ਇਨਸਾਨ ਨੂੰ ਇੱਕ ਸਪੇਸ ਦਿੰਦੇ ਹੋ ਕਿ ਹਾਂ ਬਈ ਇਹ ਤੂੰ ਅਲੱਗ ਹੈ, ਇਹ ਮੈਂ ਅਲੱਗ ਆ, ਔਰ ਇਹਨੂੰ ਜੋੜ ਕੇ ਅਸੀਂ ਵੀ ਬਣਦੇ ਹਾਂ। ਸੋ ਬਾਉਂਡਰੀ ਉਹ ਚੀਜ਼ ਹੈ ਬੇਸਿਕਲੀ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ 'ਤੇ ਰੋਕ ਲਾਣੀ ਹੈ, ਜਾਂ ਤੁਸੀਂ ਕਿਸੇ ਨੂੰ ਫॉर ਗ੍ਰਾਂਟਡ ਲੈ ਲੈਣਾ, ਜਾਂ ਤੁਸੀਂ ਕਿਸੇ ਨੂੰ ਇਹ ਮੰਨ ਲੈਣਾ ਹੈ ਕਿ ਹਾਂ ਹੁਣ ਮੇਰੀ ਓਨਰਸ਼ਿਪ ਹੋ ਗਈ ਹੈ ਦੂਜੇ ਬੰਦੇ 'ਤੇ, ਜਾਂ ਈਵਨ ਇੱਕ ਦੂਸਰੇ 'ਤੇ। ਅਸੀਂ ਕਈ ਵਾਰੀ ਓਨ ਕਰਨ ਲੱਗ ਜਾਂਦੇ ਹਾਂ ਆਪਣੇ ਪਾਰਟਨਰਸ ਨੂੰ ਕਿ ਇਹ ਕੋਈ ਇੱਕ ਚੀਜ਼ ਹੈ ਜੋ ਮੇਰੀ ਹੈ, ਮਲਕੀਅਤ ਅਸੀਂ ਸਮਝਣ ਲੱਗ ਜਾਂਦੇ ਹਾਂ ਜੀ ਜੀ। ਉਹ ਫਿਰ ਪ੍ਰੋਬਲਮ ਆਉਂਦੀ ਹੈ ਕਿਉਂਕਿ ਬੰਦਾ ਆਪਣੀ ਜਦੋਂ ਹੋਣੀ ਸ਼ੁਰੂ ਕਰਦਾ ਤੇ ਉਹ ਫਰਸਟ੍ਰੇਸ਼ਨ ਦੇ ਕਾਰਨ ਬਣਨੇ ਸ਼ੁਰੂ ਹੁੰਦੇ ਆ। ਸੋ ਜਦੋਂ ਤੁਸੀਂ ਪਰਸਨਲ ਬਾਉਂਡਰੀ ਸੈੱਟ ਕਰਦੇ ਹੋ, ਜਿੱਥੇ ਵੀ ਡਿਸਪੈਰਿਟੀ ਹੈ, ਜਿੱਥੇ ਵੀ ਕੋਈ ਥੋੜ੍ਹਾ ਬਹੁਤ ਮਿਸਮੈਚ ਹੈ, ਉੱਥੇ ਤੁਸੀਂ ਬੰਦੇ ਨੂੰ ਆਪਣੀ ਇੱਕ ਸਪੇਸ ਦਿੰਦੇ ਹੋ ਜਿੱਥੇ ਉਹ ਵੈਂਟ ਆਊਟ ਕਰ ਸਕਦਾ, ਜਿੱਥੇ ਉਹ ਆਪਣੇ ਆਪ ਨੂੰ ਫੀਲ ਕਰ ਸਕਦਾ। ਅੱਛਾ, ਵੈਸੇ ਬਾਉਂਡਰੀਜ਼ ਭਾਵੇਂ ਦੇਖਣ ਨੂੰ ਆਪਾਂ ਨੂੰ ਐਂ ਲੱਗੇ ਵੀ ਅਸੀਂ ਕੋਈ ਜ਼ਿਆਦਾ ਐਕਸੈਪਟ ਨਹੀਂ ਕਰਦੇ, ਕਿਉਂਕਿ ਸਾਡਾ ਕਲਚਰਲ ਸੈਟਅਪ ਕੁਛ ਅਜਿਹਾ ਹੈ ਕਿ ਉਹਦੇ ਵਿੱਚ ਅਸੀਂ ਖਾਸ ਤੌਰ 'ਤੇ ਇੰਟੀਮੇਟ ਰਿਲੇਸ਼ਨ ਦੇ ਵਿੱਚ ਸਪਾਊਸ ਦੇ ਵਿਚਕਾਰ ਸਾਨੂੰ ਇਉਂ ਲੱਗਦਾ ਹੁੰਦਾ ਕਿ ਸਾਡਾ ਸਾਰਾ ਕੁਝ ਸਾਂਝਾ ਹੈ, ਹੋਣਾ ਵੀ ਚਾਹੀਦਾ ਹੈ ਨਾ ਤੁਹਾਡਾ, ਕਿਉਂਕਿ ਤੁਸੀਂ ਦੋਨਾਂ ਨੇ ਇੱਕ ਮੰਜ਼ਿਲ ਵੱਲ ਨੂੰ ਜਾਣਾ ਹੈ, ਤੇ ਜੇ ਤੁਹਾਡੇ ਮੂੰਹ ਦੋਨੇ ਪਾਸੇ ਅਲੱਗ-ਅਲੱਗ ਪਾਸੇ ਹੋਣਗੇ ਤੇ ਤੁਸੀਂ ਉਹ ਰਸਤਾ ਤੈਅ ਹੀ ਨਹੀਂ ਕਰ ਸਕੋਗੇ। ਵੈਰੀ ਟਰੂ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਕੁਝ ਬਾਉਂਡਰੀਜ਼ ਮੈਂ ਦੇਖਦੀ ਹਾਂ ਵੀ ਅਸੀਂ ਐਕਸੈਪਟ ਕਰ ਚੁੱਕੇ ਹਾਂ, ਕੁਝ ਅਸੀਂ ਬਿਲਕੁਲ ਨਹੀਂ ਕੀਤੀਆਂ। ਜਿਵੇਂ ਆਪਣੇ ਫੋਨਾਂ ਨੂੰ ਪਾਸਵਰਡ ਲਾਉਣਾ, ਦੋਨਾਂ ਦਾ ਅਸੀਂ ਐਕਸੈਪਟ ਕਰ ਲਿਆ ਹੋਇਆ ਕਿਸੇ ਹੱਦ ਤੱਕ ਜੀ। ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਸਭ ਨੇ ਐਕਸੈਪਟ ਕਰ ਲਿਆ ਹੋਇਆ, ਕਿਉਂਕਿ ਸੰਭਵ ਹੈ ਕਿ ਬਹੁਤ ਸਾਰੇ ਅਜਿਹੇ ਕਪਲਸ ਹੋਣ ਜਿਨ੍ਹਾਂ 'ਚ ਇਸ ਗੱਲ ਕਰਕੇ ਕਲੇਸ਼ ਵੀ ਹੁੰਦੇ ਹੋਣਗੇ, ਲੇਕਿਨ ਆਮ ਹੀ ਆਪਾਂ ਦੇਖਦੇ ਹਾਂ ਜੀ। ਲੇਕਿਨ ਬਹੁਤ ਸਾਰੀਆਂ ਬਾਉਂਡਰੀਜ਼ ਅਜਿਹੀਆਂ ਨੇ ਜਿਹੜੀਆਂ ਅਸੀਂ ਬਿਲਕੁਲ ਵੀ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ। ਜੇ ਕਿਸੇ ਦੀ ਕ੍ਰੀਏਟਿਵ ਸਪੇਸ ਹੈ ਉਸ ਦੀ ਰਿਸਪੈਕਟ ਨਹੀਂ ਹੈਗੀ, ਕਈ ਵਾਰੀ ਕਿਸੇ ਦੀਆਂ ਜੌਬ ਰਿਕੁਆਇਰਮੈਂਟਸ ਦੀ ਨਹੀਂ ਹੈਗੀ ਰਿਸਪੈਕਟ ਬਾਉਂਡਰੀ ਦੀ। ਹੁਣ ਰੀਸੈਂਟਲੀ ਕੋਵਿਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਵੀ ਸਟੇ ਐਟ ਹੋਮ ਪੈਰੈਂਟ ਸੀ, ਆਮ ਤੌਰ 'ਤੇ ਵਿਮਨ ਰਹੀਆਂ ਨੇ, ਉਹਨਾਂ ਦੀ ਸਪੇਸ ਬਿਲਕੁਲ ਹੀ ਗੱਡ-ਮੱਡ ਹੋ ਗਈ। ਤੁਹਾਡੇ ਵੀ ਤਜਰਬੇ ਦੇ ਵਿੱਚ ਅਜਿਹੇ ਇੰਸਟੈਂਸਿਸ ਆਏ ਹੋਣਗੇ। ਬਿਲਕੁਲ ਬਿਲਕੁਲ। ਤੁਸੀਂ ਜਿਹੜਾ ਕੋਵਿਡ ਰਿਹਾ ਹੈ, ਅਨਫੋਰਚੂਨੇਟਲੀ ਬਹੁਤ ਹੀ ਜ਼ਿਆਦਾ ਮੇਜਰ ਫੈਕਟਰ ਰਿਹਾ ਹੈ ਕਿ ਜਿਹਦੇ 'ਚ ਰਿਲੇਸ਼ਨਸ਼ਿਪ ਵਿੱਚ ਬਹੁਤ ਜ਼ਿਆਦਾ ਬੈਰੀਅਰਸ ਨੇ ਆਏ ਨੇ। ਕਿਉਂਕਿ ਇਹਦੇ 'ਚ ਇੱਕ ਹੋਰ ਚੀਜ਼ ਹੈ, ਕਈ ਕਪਲਸ ਵਿੱਚ ਮੈਂ ਦੇਖਿਆ ਜੋ ਮੇਰੇ ਆਪਣੇ ਐਕਸਪੀਰੀਅੰਸ ਤੋਂ, ਕਿ ਕਈ ਕਪਲਸ ਐਸੇ ਆਉਂਦੇ ਆ, ਉਹ ਕਹਿੰਦੇ ਜੀ ਅਸੀਂ ਸਾਰਾ ਦਿਨ ਇੰਨਾ ਜ਼ਿਆਦਾ, ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ। ਮੈਨੂੰ ਇੱਕ ਕਲਾਇੰਟ ਨੇ ਕਿਹਾ ਕਿ ਮੈਂ ਸਾਰਾ ਦਿਨ ਸਿਰਫ ਆਪਣੀ ਵਾਈਫ ਨੂੰ ਹੀ ਦੇਖ ਰਿਹਾ ਔਰ ਉਹ ਮੇਰੀ ਐਕਸੈਸ ਹੋ ਚੁੱਕੀ ਹੈ। ਬਟ ਨਾਲ ਹੀ ਉਹ ਕਹਿੰਦੇ ਆ ਕਿ ਇਹ ਨਹੀਂ ਹੈ ਕਿ ਮੈਂ ਉਹਨੂੰ ਪਿਆਰ ਨਹੀਂ ਕਰਦਾ ਜਾਂ ਮੇਰੇ ਰਿਲੇਸ਼ਨਸ਼ਿਪ 'ਚ ਕੋਈ ਪ੍ਰੋਬਲਮ ਹੈ, ਬਟ ਮੈਨੂੰ ਇੱਕ ਕੁਛ ਨਵਾਂ ਚਾਹੀਦਾ, ਮੈਂ ਕੋਈ ਹੋਰ ਬੰਦਾ ਦੇਖਣਾ ਚਾਹੁੰਦਾ, ਮੈਂ ਕਿਧਰੇ ਹੋਰ ਬਾਹਰ ਜਾਣਾ ਚਾਹੁੰਦਾ, ਰਾਈਟ। ਸੋ ਬੇਸਿਕਲੀ ਗੱਲ ਆਉਂਦੀ ਹੈ ਮਨਪ੍ਰੀਤ ਜੀ, ਜਦੋਂ ਐਕਸੈਸ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੀ, ਲਾਈਕ ਆਪਾਂ ਗੱਲ ਕਰਦੇ ਹਾਂ ਕਿ ਹਾਂ ਦੋਨਾਂ ਦਾ ਇੱਕ ਮਿਸ਼ਨ ਹੈ,
ਬਟ ਅਗਰ ਉਹਦੇ ਚ ਗੋਲਸ ਸਿਰਫ ਇੱਕੋ ਬੰਦੇ ਦੇ ਹਾਈਲਾਈਟ ਹੋਣ ਕਿ ਇਹ ਮੇਰੇ ਟਾਰਗੇਟਸ ਹੀ ਹੈ ਔਰ ਆਪਾਂ ਦੋਨਾਂ ਨੇ ਉਹਦੇ ਵੱਲ ਹੀ ਚੱਲਣਾ, ਰਾਈਟ, ਬਟ ਉਹਦੇ ਚ ਕੀ ਤੁਸੀਂ ਕੋਈ ਇੱਕ ਗੋਲ ਦੂਸਰੇ ਪਾਰਟਨਰ ਦਾ ਇਨਕਲੂਡ ਕੀਤਾ ਹੈ? ਕੋਈ ਉਹਦਾ ਇੰਟਰਸਟ ਉਹਦੇ ਚ ਆਪਾਂ ਇਨਕੋਰਪੋਰੇਟ ਕੀਤਾ ਹੈ? ਗੱਲ ਉੱਧਰ ਆ ਜਾਂਦੀ ਹੈ ਫਿਰ ਉਹੀ ਕਿ ਇੱਕ ਦੀ ਡੋਮੀਨੈਂਸ ਔਰ ਦੂਜੇ ਦੀ ਸਬਮਿਸਿਵਨੈਸ, ਉਹ ਪ੍ਰੋਬਲਮ ਕਰ ਜਾਂਦੀ ਹੈ। ਤੇ ਉਹਦੇ ਨਾਲ ਫਿਰ ਤੁਸੀਂ ਕੀ ਮਹਿਸੂਸ ਕਰਦੇ ਹੋ? ਉਹਦੇ ਨਾਲ ਬਾਉਂਡਰੀਜ਼ ਕ੍ਰੈਸ਼ ਹੋ ਜਾਂਦੀਆਂ, ਖਤਮ ਹੋ ਜਾਂਦੀਆਂ? ਜੀ, ਉਹਦੇ ਨਾਲ ਬਾਉਂਡਰੀਜ਼ ਇਸ ਕਰਕੇ ਖਤਮ ਹੋ ਜਾਂਦੀਆਂ ਕਿਉਂਕਿ ਦੂਸਰਾ ਬੰਦਾ ਆਪਣੀ ਐਗਜ਼ਿਸਟੈਂਸ ਖਤਮ ਕਰਨ ਲੱਗ ਜਾਂਦਾ ਹੈ। ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਕਿ ਐਕਸੈਪਟੈਂਸ ਕੁਝ ਚੀਜ਼ਾਂ ਦੀ ਅਸੀਂ ਕੀਤੀ ਹੈ, ਕੁਝ ਚੀਜ਼ਾਂ ਦੀ ਨਹੀਂ ਕੀਤੀ। ਜਿਵੇਂ ਫੋਰ ਐਗਜ਼ਾਮਪਲ ਅਗਰ ਮਦਰ ਦੀ ਕੇਅਰ ਟੇਕਿੰਗ ਦੀ ਰਿਸਪੌਂਸਿਬਿਲਿਟੀ ਆਪਾਂ ਦੇਖਦੇ ਹਾਂ, ਆਮ ਤੌਰ 'ਤੇ ਅਸੀਂ ਇਹ ਦੇਖਦੇ ਹਾਂ ਵੀ ਉਹ ਮੈਂਟ ਟੂ ਬੀ ਹੈ ਕਿ ਉਹ ਫੀਮੇਲ ਹੀ ਦੇਖੇਗੀ। ਮੈਂ ਇਹ ਨਹੀਂ ਕਹਿੰਦੀ ਕਿ ਅੱਜ ਕੱਲ੍ਹ ਮੇਲਸ ਨਹੀਂ ਕਰ ਰਹੇ, ਫਾਦਰਸ ਵੀ ਬਹੁਤ ਸਾਰੇ ਫਾਦਰਸ ਜਿਹੜੇ ਯੰਗ ਫਾਦਰਸ ਨੇ ਕਰ ਰਹੇ ਨੇ, ਬਟ ਗੱਲ ਫਿਰ ਉੱਥੇ ਆ ਜਾਂਦੀ ਹੈ ਪਰਸੈਂਟੇਜ ਦੀ, ਮੈਜੋਰਿਟੀ ਦੀ। ਬਟ ਹਾਲੇ ਵੀ ਐਕਸਪੈਕਟੇਸ਼ਨ ਉਹ ਹੁੰਦੀ ਹੈ ਕਿ ਹਾਂ ਅਗਰ ਬੱਚਾ ਬਿਮਾਰ ਹੈ ਤਾਂ ਵਾਈਫ ਛੁੱਟੀ ਲਏਗੀ, ਹਸਬੈਂਡ ਨਹੀਂ ਲਏਗਾ, ਰਾਈਟ। ਸੋ ਉੱਥੇ ਉਹ ਫਿਰ ਕਈ ਵਾਰੀ ਲੱਗਦਾ ਹੈ ਕਿ ਮੈਂ ਹੀ ਕਿਉਂ। ਸੋ ਜਦੋਂ ਇਹ ਸਵਾਲ ਆ ਜਾਂਦਾ ਹੈ ਕਿ ਮੈਂ ਹੀ ਕਿਉਂ, ਫਿਰ ਉੱਤੇ ਬੰਦਨ ਲੱਗਦਾ ਮੇਰੀ ਤਾਂ ਕੋਈ ਪਰਸਨਲ ਬਾਉਂਡਰੀ ਹੈ ਨਹੀਂ, ਕਿ ਇੱਥੇ ਮੇਰਾ ਫਰਜ਼ ਖਤਮ ਹੋ ਜਾਂਦਾ ਹੈ ਜੀ ਤੇ ਦੂਸਰੇ ਦਾ ਫਰਜ਼ ਸ਼ੁਰੂ ਹੋ ਜਾਂਦਾ ਹੈ, ਜਾਂ ਇੱਥੇ ਮੇਰਾ ਹੱਕ ਸ਼ੁਰੂ ਹੁੰਦਾ ਹੈ ਜਾਂ ਖਤਮ ਹੁੰਦਾ ਹੈ ਤੇ ਦੂਸਰੇ ਦਾ ਹੱਕ ਸ਼ੁਰੂ ਹੋ ਜਾਂਦਾ ਹੈ ਜੀ। ਸੋ ਇਹਦਾ ਮਤਲਬ ਇਹਨੂੰ ਮੇਨਟੇਨ ਕਰਨ ਵਾਸਤੇ ਕੌਨਸ਼ੀਅਸਲੀ ਇਹਦਾ ਮਤਲਬ ਕੰਮ ਕਰਨਾ ਪਏਗਾ। ਹਾਂਜੀ, ਬਿਲਕੁਲ ਬਿਲਕੁਲ, ਇਹ ਇੱਕ ਕੌਨਸ਼ੀਅਸ ਐਫਰਟ ਹੈ ਕਿਉਂਕਿ ਇਹ ਜਨਰੇਸ਼ਨ ਬਾਈ ਜਨਰੇਸ਼ਨ ਸਾਡਾ ਇੱਕ ਲਰਨਿੰਗ ਪਾਰਟ ਬਣ ਚੁੱਕਾ ਹੈ। ਸਾਡੀਆਂ ਬੋਡੀਜ਼, ਸਾਡੀ ਸੋਚ ਉਸ ਹਿਸਾਬ ਨਾਲ ਕੰਡੀਸ਼ਨ ਹੋ ਚੁੱਕੀ ਹੈ ਕਿ ਅਸੀਂ ਕਦੀ ਇਹਨਾਂ ਚੀਜ਼ਾਂ ਬਾਰੇ ਸੋਚਦੇ ਨਹੀਂ। ਗੱਲ ਇਹ ਨਹੀਂ ਕਿ ਕਈ ਲੋਕ ਜਾਣ ਕੇ ਕਰਦੇ ਆ ਜਾਂ ਨਹੀਂ, ਇਹ ਅਨਕੌਂਸ਼ੀਅਸ ਲੈਵਲ ਤੇ ਹੋ ਰਹੀ ਹੈ ਕਿਉਂਕਿ ਇਹ ਸਾਡਾ ਪੈਟਰਨ ਬਣ ਚੁੱਕੀ ਹੈ। ਬਿਲਕੁਲ। ਮਨਜਿੰਦਰ, ਆਪਾਂ ਗੱਲ ਕੀਤੀ ਹੈ ਡਿਜੀਟਲ ਬਾਉਂਡਰੀਜ਼ ਦੀ, ਨਾ ਪਾਸਵਰਡਸ ਦੀ ਗੱਲ ਕੀਤੀ ਹੈ ਵੀ ਇੱਕ ਅਸੀਂ ਸੈੱਟ ਕਰ ਲਿਆ ਹੋਇਆ ਜੀ। ਤੇ ਇੱਕ ਲਿਸਨਰ ਕੁਐਸਚਨ ਹੈ ਇਸ ਸੰਬੰਧ ਦੇ ਵਿੱਚ। ਉਹ ਕਹਿੰਦੇ ਵੀ ਕਈ ਵਾਰੀ ਜੇ ਅਸੀਂ ਫੋਨ ਸ਼ੇਅਰ ਨਹੀਂ ਕਰਦੇ ਜਾਂ ਸਾਰਾ ਕੁਝ ਅਸੀਂ ਸ਼ੇਅਰ ਨਹੀਂ ਕਰਦੇ ਤਾਂ ਸਪਾਊਸ ਕਈ ਵਾਰੀ ਸਾਨੂੰ ਕਹਿੰਦੇ ਆ ਵੀ ਯੂ ਡੋਂਟ ਟਰਸਟ ਮੀ। ਜੀ, ਇਹ ਜਿਹੀ ਸਿਚੁਏਸ਼ਨ ਦੇ ਵਿੱਚ ਫਿਰ ਕੀ ਕਰਨਾ ਚਾਹੀਦਾ? ਜੀ ਬਿਲਕੁਲ, ਇਹਦੇ 'ਚ ਦੋ ਚੀਜ਼ਾਂ ਮਨਪ੍ਰੀਤ ਜੀ ਮੈਂ ਲਿਸਨਰ ਨੂੰ ਵੀ ਕਹਾਂਗੀ ਕਿ ਦੋ ਚੀਜ਼ਾਂ ਆਪਾਂ ਨੂੰ ਬਹੁਤ ਧਿਆਨ ਰੱਖਣ ਦੀਆਂ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਓਵਰ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿਸੇ ਵੀ ਰਿਲੇਸ਼ਨਸ਼ਿਪ ਤੋਂ। ਅੱਛਾ, ਰਾਈਟ। ਔਰ ਸਪੈਸ਼ਲੀ ਜਦੋਂ ਆਪਾਂ ਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਹਸਬੈਂਡ ਐਂਡ ਵਾਈਫ ਦੀ ਗੱਲ ਕਰਦੇ ਹਾਂ, ਆਪਾਂ ਇੱਕ ਫॉर ਗ੍ਰਾਂਟਡ ਚੀਜ਼ ਲੈ ਲੈਂਦੇ ਹਾਂ ਕਿ ਇਹਦੀ ਜੋ ਵੀ ਚੀਜ਼ ਹੈ ਉਹ ਮੇਰੀ ਹੈ ਤੇ ਮੇਰੀ ਜੋ ਵੀ ਚੀਜ਼ ਹੈ ਉਹ ਉਹਦੀ ਹੈ, ਰਾਈਟ। ਇਹ ਟਰਸਟ ਦਾ ਇਸ਼ੂ ਨਹੀਂ ਹੁੰਦਾ। ਇਹ ਕਈ ਵਾਰੀ ਹੁੰਦਾ ਹੈ ਕਿ ਬੰਦੇ ਨੂੰ ਇੱਕ ਆਪਣੀ ਪਰਸਨਲ ਨੀਡ ਹੁੰਦੀ ਹੈ ਜਿੱਥੇ ਇੱਕ ਬੰਦਾ ਕੁਝ ਐਕਸਪ੍ਰੈਸ ਕਰ ਸਕਦਾ ਹੈ। ਸਪੈਸ਼ਲੀ ਜਦੋਂ ਤੁਸੀਂ ਆਪਣੇ ਫੋਨ ਦੀ ਗੱਲ ਕਰਦੇ ਹੋ, ਆਪਣੇ ਫੇਸਬੁੱਕ ਦੀ ਗੱਲ ਕਰਦੇ ਹੋ ਜਾਂ ਆਪਣੇ ਈਮੇਲਸ ਦੀ ਗੱਲ ਕਰਦੇ ਹੋ ਸਕਦਾ ਹੈ ਕਈ ਵਾਰੀ ਤੁਸੀਂ ਕੁਝ ਚੀਜ਼ਾਂ ਇਹੋ ਜਿਹੀਆਂ ਐਕਸਪਲੋਰ ਕੀਤੀਆਂ ਹੋਣ, ਵੈਬ ਸਰਚ ਕੀਤੀ ਹੋਏ। ਨਾਟ ਕਿ ਤੁਸੀਂ ਆਪਣੇ ਹਸਬੈਂਡ 'ਤੇ ਟਰਸਟ ਨਹੀਂ ਕਰਦੇ, ਬਟ ਤੁਹਾਡਾ ਲੈਟਸ ਸੇ ਕੋਈ ਬੈਡ ਡੇ ਹੈ। ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਰਾਈਟ। ਤੁਹਾਡਾ ਕੋਈ ਇੱਕ ਬੈਡ ਡੇ ਹੈ, ਤੁਸੀਂ ਕਿਸੇ ਸਟ੍ਰੈਸ 'ਚ ਚੱਲ ਰਹੇ ਹੋ, ਠੀਕ ਹੈ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਲੱਗ ਰਿਹਾ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਕਿ ਮੈਂ ਆਪਣੇ ਇਨ-ਲॉज ਨਾਲ ਰਿਲੇਸ਼ਨਸ ਕਿਵੇਂ ਇੰਪਰੂਵ ਕਰਾਂ। ਇਹ ਮੇਰੇ ਨਾਲ ਇੱਕ ਖੁਦ ਦੀ ਮੇਰੇ ਕਲਾਇੰਟ ਦੀ ਇੱਕ ਘਟਨਾ ਵਾਪਰੀ ਹੈ, ਰਾਈਟ। ਅਤੇ ਉਹ ਕੁਝ ਸਰਚ ਕਰ ਰਹੇ ਸੀਗੇ ਅਤੇ ਉਹਨਾਂ ਨੇ ਪਾਸਵਰਡ, ਉਹੀ ਗੱਲ ਕਿ ਫੋਨ 'ਤੇ ਪਾਸਵਰਡ ਲੱਗਿਆ ਹੋਇਆ ਸੀ ਅਤੇ ਉਹਨਾਂ ਨੂੰ ਲੱਗਿਆ ਕਿ ਠੀਕ ਹੈ, ਉਹਨਾਂ ਦੇ ਹਸਬੈਂਡ ਨੇ ਕੋਈ ਚੀਜ਼ ਚੈੱਕ ਕਰਨ ਲਈ ਉਹਨਾਂ ਦਾ ਫੋਨ ਮੰਗਿਆ। ਅਤੇ ਇਹ ਡਿਜੀਟਲ ਹਿਸਟਰੀ ਦੀ ਇੱਕ ਬਹੁਤ ਵੱਡੀ ਚੀਜ਼ ਹੈ ਕਿ ਅਗਰ ਸਪੈਸ਼ਲੀ ਜਿਹੜੇ ਅੱਜ ਕੱਲ੍ਹ ਆਈਫੋਨਸ ਨੇ, ਅਗਰ ਤੁਸੀਂ ਆਪਣਾ ਜੀਮੇਲ ਅਕਾਊਂਟ ਸ਼ੇਅਰ ਵੀ ਕਰਦੇ ਹੋ ਤਾਂ ਦੂਸਰੇ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੀ ਵੈਬ ਸਰਚ ਕੀਤੀ ਹੈ। ਉਹ ਆਟੋਮੈਟਿਕਲੀ ਫੇਸਬੁੱਕ 'ਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਹੋ ਜਿਹੇ ਟੌਪਿਕਸ ਬੋਲਣ ਲੱਗ ਜਾਂਦੇ। ਸੋ ਉਹਨਾਂ ਦੀ ਉਸ ਚੀਜ਼ 'ਤੇ ਬਹੁਤ ਵੱਡੀ ਫਾਈਟ ਹੋਈ ਕਿ ਬਈ ਤੈਨੂੰ ਕੀ ਪ੍ਰੋਬਲਮ ਹੈ, ਤੈਨੂੰ ਇੰਨਾ ਕੁਛ ਦਿੱਤਾ ਹੋਇਆ, ਤੈਨੂੰ ਇੰਨਾ ਖੁਸ਼ ਰੱਖਿਆ ਹੋਇਆ, ਫਿਰ ਤੇਰੇ ਦਿਮਾਗ 'ਚ ਇਹੋ ਜਿਹੇ ਖਿਆਲਾਤ ਕਿਉਂ ਆਉਂਦੇ ਨੇ, ਰਾਈਟ। ਸੋ ਉਹ ਗੱਲ ਟਰਸਟ ਦੀ ਨਹੀਂ ਹੈ। ਮੈਂ ਆਪਣੇ ਲਿਸਨਰ ਨੂੰ ਵੀ ਇਹੀ ਕਹਾਂਗੀ ਕਿ ਇਹ ਗੱਲ ਟਰਸਟ ਦੀ ਨਹੀਂ ਹੈ। ਇਹ ਚੀਜ਼ ਤੁਸੀਂ ਬੈਠ ਕੇ ਆਪਣੇ ਹਸਬੈਂਡ ਨੂੰ ਐਕਸਪਲੇਨ ਕਰ ਸਕਦੇ ਹੋ ਕਿ ਗੱਲ ਇਹ ਨਹੀਂ ਹੈ ਕਿ ਮੈਂ ਤੁਹਾਡੇ 'ਤੇ ਟਰਸਟ ਨਹੀਂ ਕਰਦੀ, ਬਟ ਗੱਲ ਇਹ ਹੈ ਕਿ ਮੈਨੂੰ ਸਿਰਫ ਇੱਕ ਡਿਸਕੰਫਰਟ ਹੁੰਦਾ, ਰਾਈਟ। ਜਿਵੇਂ ਆਪਾਂ ਕਈ ਵਾਰੀ ਹੁੰਦਾ ਨਾ ਕਿ ਆਪਾਂ ਕਿਸੇ ਇੱਕ ਜਗ੍ਹਾ 'ਤੇ ਖੜ੍ਹੇ ਹਾਂ ਅਤੇ ਕੋਈ ਸਟ੍ਰੇਂਜਰ ਸਾਡੇ ਵੱਲ ਨੂੰ ਵਧੀ ਜਾ ਰਿਹਾ ਤੇ ਆਪਾਂ ਪਿੱਛੇ ਹੋਈ ਜਾਂਦੇ ਹਾਂ। ਉਹ ਸਾਡੀ ਬੋਡੀ ਦਾ ਇੱਕ ਨਾਰਮਲ ਰਿਫਲੈਕਸ ਐਕਸ਼ਨ ਹੈ। ਸੋ ਸੇਮ ਵੇ ਸਾਡੇ ਇਮੋਸ਼ਨ ਦੀ ਵੀ ਇੱਕ ਸਪੇਸ ਹੁੰਦੀ ਹੈ, ਰਾਈਟ।
ਜਦੋਂ ਸਾਡੇ ਉਹ ਇਮੋਸ਼ਨਲ ਦਾਇਰੇ 'ਚ ਕੋਈ ਇੰਟਰੂਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਇੱਕ ਡਿਸਕੰਫਰਟ ਹੁੰਦਾ ਤੇ ਜਦੋਂ ਡਿਸਕੰਫਰਟ ਹੁੰਦਾ ਹੈ ਉਹ ਬਾਡੀ ਦਾ ਇੱਕ ਨਾਰਮਲ ਰਿਫਲੈਕਸ ਹੈ ਕਿ ਬਾਡੀ ਪਿੱਛੇ ਜਾਂਦੀ ਹੈ। ਸੋ ਸੇਮ ਵੇ ਜਦੋਂ ਤੁਹਾਡੇ ਤੋਂ ਕੋਈ ਫੋਨ ਮੰਗਦਾ ਹੈ ਤੁਸੀਂ ਹੈਜ਼ਿਟੇਟ ਕਰਦੇ ਹੋ, ਤੁਸੀਂ ਉਹਨੂੰ ਪਿੱਛੇ ਖਿੱਚਦੇ ਹੋ। ਗੱਲ ਇੱਥੇ ਇਸ਼ੂ ਦਾ ਨਹੀਂ ਹੈ, ਟਰਸਟ ਦਾ ਕੋਈ ਕੰਸਰਨ ਨਹੀਂ ਹੈ, ਬਟ ਇੱਕ ਡਿਸਕੰਫਰਟ ਕ੍ਰੀਏਟ ਹੁੰਦਾ ਮਾਈਂਡ ਵਿੱਚ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਦਾਇਰੇ 'ਚ ਇੰਟਰੂਜਨ ਹੋ ਰਹੀ ਹੈ ਜਿਹੜੀ ਤੁਹਾਨੂੰ ਨਹੀਂ ਅੱਛੀ ਲੱਗ ਰਹੀ। ਬਜਾਏ ਕਿ ਇਸ ਚੀਜ਼ 'ਤੇ ਬੈਸਣ 'ਤੇ ਜਾਂ ਕੌਨਫਲਿਕਟ ਕਰਨ 'ਤੇ ਜਾਂ ਕਈ ਵਾਰੀ ਆਪਾਂ ਸਲਕਿੰਗ ਸਟਾਰਟ ਕਰ ਦਿੰਦੇ ਹਾਂ, ਰਾਈਟ, ਕਿ ਬਈ ਮੈਂ ਕਿਉਂ ਦੇਵਾਂ। ਫਸਟ ਰਿਫਲੈਕਸ ਆਉਂਦਾ ਸਾਡਾ ਮੈਂ ਕਿਉਂ ਦੇਵਾਂ, ਬਟ ਆਪਾਂ ਇਹ ਨਹੀਂ ਦੱਸਦੇ ਕਿ ਮੈਂ ਦੇਣਾ ਚਾਹੁੰਦੀ ਹਾਂ ਬਟ ਮੈਨੂੰ ਇੱਕ ਅਨਕੰਫਰਟ ਹੋ ਰਿਹਾ, ਰਾਈਟ। ਆਪਾਂ ਡਾਇਰੈਕਟ ਕਮਿਊਨੀਕੇਸ਼ਨ ਨਹੀਂ ਕਰਦੇ, ਕਈ ਵਾਰੀ ਆਪਾਂ ਡਿਫੈਂਸਿਵ ਹੋ ਜਾਂਦੇ ਹਾਂ, ਰਾਈਟ, ਆਪਾਂ ਸਟਬਰਨ ਹੋ ਜਾਂਦੇ ਹਾਂ ਕਿ ਇਹ ਮੇਰੀ ਚੀਜ਼ ਹੈ ਮੈਂ ਕਿਉਂ ਦੇਵਾਂ। ਉੱਥੇ ਕੌਨਫਲਿਕਟ ਸਟਾਰਟ ਹੁੰਦਾ। ਜਦੋਂ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹੋ ਕਿ ਵਿਸ਼ਵਾਸ ਪੂਰਾ ਹੈ ਬਟ ਮੈਨੂੰ ਬੜੀ ਅਜੀਬ ਜੀ ਫੀਲਿੰਗ ਹੋ ਰਹੀ ਹੈ, ਮੈਨੂੰ ਇੱਕ ਹੈਜ਼ਿਟੇਸ਼ਨ ਹੋ ਰਹੀ ਹੈ, ਮੈਨੂੰ ਵਧੀਆ ਨਹੀਂ ਲੱਗਦਾ, ਰਾਈਟ, ਐਂਡ ਆਈ ਹੋਪ ਕਿ ਪਲੀਜ਼ ਤੁਸੀਂ ਸਮਝੋਗੇ ਇਸ ਗੱਲ ਨੂੰ, ਦੈਟਸ ਇਟ। ਜਾਂ ਤੁਸੀਂ ਰਿਲੇਸ਼ਨਸ਼ਿਪ ਦੀ ਸਟਾਰਟਿੰਗ 'ਤੇ ਇਹ ਚੀਜ਼ ਸੈੱਟ ਕਰ ਸਕਦੇ ਹੋ, ਐਸਟੈਬਲਿਸ਼ ਕੀਤੀ ਹੋਵੇ। ਤੁਸੀਂ, ਮੈਂ ਤਾਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਕਹਿੰਦੀ ਹਾਂ ਕਿ ਇੱਕ ਪੇਪਰ ਪੈਨਸਿਲ ਲੈ ਕੇ ਉਸ 'ਤੇ ਲਿਖੋ, ਰਾਈਟ। ਆਪਾਂ ਬਕਟ ਲਿਸਟ ਕ੍ਰੀਏਟ ਕਰਦੇ ਹਾਂ, ਬਹੁਤ ਟ੍ਰੈਂਡ ਹੈ ਅੱਜ ਕੱਲ੍ਹ। ਬਕਟ ਲਿਸਟ ਅਸੀਂ ਗੋਲਸ ਲਈ, ਆਪਣੇ ਰਿਲੇਸ਼ਨ ਦੇ ਗੋਲਸ ਲਈ ਕਿਉਂ ਨਹੀਂ ਐਸਟੈਬਲਿਸ਼ ਕਰਦੇ। ਮੈਂ ਹਮੇਸ਼ਾ ਇਹ ਬਹੁਤ ਇੱਕ ਮੇਜਰ ਸੁਜੈਸ਼ਨ ਜਿਹੜਾ ਮੈਂ ਆਪਣੇ ਕਲਾਇੰਟਸ ਨੂੰ ਆਫਟਨ ਦਿੰਦੀ ਹਾਂ ਕਿ ਬਈ ਤੁਸੀਂ ਇੱਕ ਬਕਟ ਲਿਸਟ ਆਪਣੇ ਆਪ ਲਈ ਤਿਆਰ ਕਰੋ ਜਿਹਦੇ 'ਚ 3 ਚੀਜ਼ਾਂ ਤੁਸੀਂ ਆਪਣੇ ਪਾਰਟਨਰ ਤੋਂ ਚਾਹੁੰਦੇ ਹੋ ਅਤੇ 3 ਚੀਜ਼ਾਂ ਤੁਹਾਡਾ ਪਾਰਟਨਰ ਲਿਖੇ, ਅਤੇ ਇੱਕ ਕਾਗਜ਼ 'ਤੇ ਰੂਲਸ ਬਣਾਓ ਤੇ ਉਹਨਾਂ ਦਾ ਕੌਨਸਟੈਂਟ ਰਿਮਾਈਂਡਰ ਰੱਖੋ ਤਾਂ ਕਿ ਬਾਅਦ 'ਚ ਆਪਾਂ ਫਿਰ ਇਹ ਨਾ ਕਹੀਏ ਕਿ ਇਹਨਾਂ ਬਾਰੇ ਆਪਾਂ ਕਦੀ ਗੱਲ ਹੀ ਨਹੀਂ ਕੀਤੀ। 10 ਸਾਲ ਤੋਂ ਤੈਨੂੰ ਪ੍ਰੋਬਲਮ ਨਹੀਂ ਸੀ, ਹੁਣ ਆਲ ਆਫ ਅ ਸਡਨ ਕਿਉਂ ਪ੍ਰੋਬਲਮ ਹੋਣ ਲੱਗ ਗਈ। ਹਾਂ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਇੱਕ ਸਾਡੇ ਲਿਸਨਰ ਨੇ, ਮੈਂ ਨਾਮ ਨਹੀਂ ਲੈਣਾ ਕਿਸੇ ਦਾ ਵੀ ਅੱਜ, ਪਰ ਤੁਹਾਡੀਆਂ ਇਨਪੁਟਸ ਬੜੀਆਂ ਵੈਲਿਊਏਬਲ ਨੇ, ਅਤੇ ਇੱਕ ਸਾਡੇ ਲਿਸਨਰ ਕਹਿੰਦੇ ਆ ਕਿ ਸਾਡੇ ਕਹਿੰਦੇ ਕੋਈ ਪਾਸਵਰਡ ਨਹੀਂ ਹੈਗੇ, ਸਟਿਲ ਵੀ ਰਿਸਪੈਕਟ ਈਚ ਅਦਰ, ਵੀ ਨੈਵਰ ਲੁੱਕ ਇਨਟੂ ਫੋਨਸ ਆਫ ਈਚ ਅਦਰ। ਮੈਨੂੰ ਇਹ ਚੀਜ਼ ਰਿਸਪੈਕਟ ਔਰ ਟਰਸਟ ਲੱਗਦੀ ਹੈ। ਵੈਰੀ ਵੈਲ, ਬਹੁਤ ਅਪਰੀਸ਼ੀਏਟ ਕਰਾਂਗੀ ਉਹਨਾਂ ਨੂੰ ਕਿ ਤੁਸੀਂ ਇੰਨੀ ਵਿਜ਼ਡਮ ਰੱਖਦੇ ਹੋ, ਰਾਈਟ। ਤੁਹਾਡੀ ਇੱਕ ਇੰਨੀ ਸੋਚ ਮਿਲਣ ਦੀ ਗੱਲ ਆਉਂਦੀ ਹੈ। ਸੋ ਇੱਥੇ ਦੋਨਾਂ ਦੀ ਸੋਚ ਮਿਲ ਰਹੀ ਹੈ, ਜਿਸ ਚੀਜ਼ ਨੂੰ ਉਹਨਾਂ ਨੂੰ ਨੀਡ ਨਹੀਂ ਲੱਗਦੀ ਕਿਉਂਕਿ ਉਹਨਾਂ ਨੇ ਉਹ ਆਲਰੇਡੀ ਬਾਊਂਡਰੀ ਪਹਿਲੇ ਸੈੱਟ ਕੀਤੀ ਹੋਈ ਹੈ ਕਿ ਇਹ ਤੇਰੀ ਚੀਜ਼ ਹੈ ਅਤੇ ਇਹ ਮੇਰੀ ਚੀਜ਼ ਹੈ, ਰਾਈਟ। ਅਤੇ ਆਪਾਂ ਉਸ ਚੀਜ਼ ਨੂੰ ਰਿਸਪੈਕਟ ਕਰਦੇ ਹਾਂ ਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਬਾਰ-ਬਾਰ ਬੰਦੇ ਦੇ ਦਾਇਰੇ ਵਿੱਚ ਨਹੀਂ ਘੁਸਣ ਦੀ ਕੋਸ਼ਿਸ਼ ਕਰਦੇ ਅਤੇ ਉੱਥੇ ਫਿਰ ਕੋਈ ਟਰਸਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅੱਛਾ, ਕਨਵਰਸਲੀ ਸਪੀਕਿੰਗ, ਫਿਰ ਜਿਨ੍ਹਾਂ ਨੇ ਪਾਸਵਰਡ ਲਾਏ ਹੋਏ ਨੇ ਜਾਂ ਜਿਨ੍ਹਾਂ ਕੋਲ ਹੈਗਾ ਅਜਿਹਾ ਮੈਕੈਨਿਜ਼ਮ, ਬਿਲਕੁਲ ਜੇ ਇਸ ਤੋਂ ਉਲਟ ਜਾਇਆ ਜਾਵੇ ਤੇ ਕੀ ਫਿਰ ਉਹਨਾਂ ਦੇ ਵਿਚਕਾਰ ਆਪਸ 'ਚ ਰਿਸਪੈਕਟ ਤੇ ਟਰਸਟ ਨਹੀਂ ਹੈਗਾ? ਨਹੀਂ, ਦੇਖੋ ਆਪਾਂ ਪਾਸਵਰਡ ਇਹ ਤਾਂ ਨਹੀਂ ਕਿ ਸਾਰੀਆਂ ਗੱਲਾਂ ਹਸਬੈਂਡ ਤੋਂ ਛੁਪਾਉਣ ਲਈ ਜਾਂ ਵਾਈਫ ਤੋਂ ਛੁਪਾਉਣ ਲਈ ਲਾਏ ਜਾਂਦੇ। ਹੁਣ ਤੁਹਾਡੇ ਘਰ 'ਚ ਬੱਚਾ ਹੈ, ਰਾਈਟ, ਤੁਸੀਂ ਆਫਿਸ 'ਚ ਹੋ, ਕਿਸੇ ਦਾ ਕੋਈ ਇਹੋ ਜਿਹਾ ਮੈਸੇਜ, ਤੁਸੀਂ ਇਹੋ ਜਿਹੀ ਪਲੇਸ 'ਤੇ ਹੋ, ਰਾਈਟ, ਜਾਂ ਕਈ ਵਾਰੀ ਆਪਣੇ ਹੀ ਅੱਜ ਕੱਲ੍ਹ ਟੱਚ ਫੋਨਸ ਹੈ, ਤੁਸੀਂ ਕਿਸੇ ਨੂੰ ਕਾਲ ਕਰ ਲੈਂਦੇ ਹੋ ਰੈਂਡਮਲੀ, ਰਾਈਟ। ਸੋ ਬਹੁਤ ਸਾਰੀਆਂ ਚੀਜ਼ਾਂ ਕਰਕੇ ਪਾਸਵਰਡ ਲਾਇਆ ਜਾਂਦਾ ਹੈ। ਪਾਸਵਰਡ ਸਿਰਫ ਅਸੀਂ ਆਪਣੇ ਹਸਬੈਂਡ ਕਰਕੇ ਜਾਂ ਅਸੀਂ ਆਪਣੀ ਵਾਈਫ ਕਰਕੇ ਨਹੀਂ ਲਗਾਉਂਦੇ, ਰਾਈਟ। ਸੋ ਇਟ ਡਜ਼ਨਟ ਮੀਨ ਕਿ ਅਗਰ ਤੁਹਾਡਾ ਪਾਸਵਰਡ ਪ੍ਰੋਟੈਕਟਡ ਫੋਨ ਹੈ ਤੇ ਉਹ ਚੀਜ਼ ਤੁਹਾਡੀ ਇੱਕ ਟਰਸਟ ਦਾ ਇਸ਼ੂ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਟਰਸਟ ਨਹੀਂ ਕਰਦੇ। ਇਹ ਜਿਹੀ ਚੀਜ਼ ਬਿਲਕੁਲ ਨਹੀਂ ਹੈ, ਬਟ ਇਹ ਹੈ ਕਿ ਤੁਸੀਂ ਪਾਸਵਰਡ ਮੰਗ ਵੀ ਸਕਦੇ ਹੋ, ਬਟ ਅਗਰ ਕੋਈ ਬੰਦਾ ਨਹੀਂ ਦੇਣ 'ਚ ਇੰਟਰਸਟਡ ਤਾਂ ਉਸ ਚੀਜ਼ 'ਤੇ ਤੁਹਾਡੀ ਰਿਸਪੈਕਟ ਆ ਜਾਂਦੀ ਹੈ ਕਿ ਓਕੇ ਠੀਕ ਹੈ, ਕੋਈ ਗੱਲ ਨਹੀਂ। ਅੱਛਾ, ਪਿਆਰ ਦੀ ਗੱਲ ਆਪਾਂ ਕਰ ਰਹੇ ਹਾਂ, ਰਿਸ਼ਤਿਆਂ ਦੀ ਗੱਲ ਕਰ ਰਹੇ ਹਾਂ, ਖਾਸ ਤੌਰ 'ਤੇ ਇੰਟੀਮੇਟ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਹਾਂ। ਉਂਝ ਤੇ ਬਹੁਤ ਸਾਰੇ ਰਿਲੇਸ਼ਨਸ਼ਿਪਸ ਦੇ ਵਿੱਚ ਇਹਦੀ ਗੱਲ ਵੀ ਕਰਨੀ ਬਣਦੀ ਆ। ਇੱਕ ਕੁਐਸਚਨ ਹੈਗਾ, ਉਹ ਕਹਿੰਦੇ ਕਿ ਤੁਸੀਂ ਇਫ ਯੂ ਸੇ ਕਿ ਉਹਦੇ 'ਚ ਬਾਊਂਡਰੀਜ਼ ਹੋਣ ਰਿਲੇਸ਼ਨਸ਼ਿਪ ਦੇ ਵਿੱਚ, ਤਾਂ ਕੀ ਹੋਏਗਾ ਵੈਨ ਯੂ ਲਵ ਸਮਵਨ ਟੂ ਅ ਗ੍ਰੇਟ ਐਕਸਟੈਂਟ ਐਂਡ ਦੈਨ ਵਾਟ ਐਂਡ ਸ਼ੁੱਡ ਦੇਅਰ ਬੀ ਅ ਬਾਊਂਡਰੀ ਇਨ ਦੈਟ ਟੂ? ਕਹਿੰਦੇ ਤਾਂ ਫੇਕ ਨਹੀਂ ਲੱਗੂਗਾ? ਓਕੇ, ਸੋ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਇਹ ਵੀ, ਕਿਉਂਕਿ ਜਦੋਂ ਆਪਾਂ ਇੰਟੀਮੇਟ ਰਿਲੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਗੱਲ ਕਰਦੇ ਹਾਂ ਕਿ ਹਾਂਜੀ ਜੀ ਇੱਥੇ ਜਿਹੜਾ ਪਿਆਰ ਹੈ ਉਹ ਬੇਇੰਤਹਾ ਹੁੰਦਾ, ਅਨਕੰਡੀਸ਼ਨਲ ਲਵ ਹੋ ਜਾਂਦਾ ਹੈ, ਰਾਈਟ। ਬਟ ਵਰਡ ਅਨਕੰਡੀਸ਼ਨ ਦੇ ਪਿੱਛੇ ਵੀ ਕੰਡੀਸ਼ਨ ਵਰਡ ਐਡ ਹੋਇਆ ਹੁੰਦਾ ਹੈ, ਰਾਈਟ। ਕਈ ਵਾਰੀ ਕੀ ਹੁੰਦਾ ਹੈ ਕਿ ਦੇਖੋ ਇਹ ਇੱਕ ਹਿਊਮਨ
ਫੀਲਿੰਗ ਹੈਗੀ ਹੈ, ਜਿਹੜੇ ਸਾਡੇ ਇਮੋਸ਼ਨਸ ਨੇ, ਉਹ ਕਈ ਵਾਰੀ ਬੋਟਲਡ ਅਪ ਹੋਣੇ ਸ਼ੁਰੂ ਹੋ ਜਾਂਦੇ ਨੇ, ਰਾਈਟ। ਪਿਆਰ ਦੋਨੋਂ ਸਾਈਡਾਂ ਤੋਂ ਹੁੰਦਾ, ਬਟ ਆਪਣੀ ਜਿਹੜੀ ਪਰਸਨਲ ਇੱਕ ਬੰਦੇ ਦੀ ਇਮੋਸ਼ਨਲ ਸਪੇਸ ਹੈ, ਉਹ ਬਾਇਓਲੋਜੀਕਲ ਚੀਜ਼ ਹੈ ਸਾਡੇ ਅੰਦਰ, ਅੱਛਾ, ਰਾਈਟ। ਉਹ ਇੱਕ ਬਾਇਓਲੋਜੀਕਲ ਤੁਹਾਡੀ ਮੈਂਟਲ ਸਟੇਟ ਹੈ ਜਿਹਨੂੰ ਤੁਸੀਂ ਨਹੀਂ ਇਗਨੋਰ ਕਰ ਸਕਦੇ। ਔਰ ਜਦੋਂ ਕਈ ਵਾਰੀ ਹੁੰਦਾ ਕਿ ਆਪਾਂ ਇਨੀਸ਼ੀਅਲੀ ਇਗਨੋਰੈਂਸ ਦੀ ਸਟੇਜ 'ਤੇ ਆਉਂਦੇ ਹਾਂ, ਅਤੇ ਜਦੋਂ ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ, ਉਹ ਵੋਲੇਟਾਈਲ ਐਕਸਪ੍ਰੈਸ਼ਨ ਹੋ ਜਾਂਦੀ ਹੈ। ਉਹ ਐਗਰੈਸ਼ਨ ਜਾਂ ਫਰਸਟ੍ਰੇਸ਼ਨ ਉਹ ਇੰਨਾ ਵੱਧ ਜਾਂਦਾ ਹੈ ਕਿ ਜਦੋਂ ਵੀ ਉਹ ਐਕਸਪ੍ਰੈਸ ਹੁੰਦਾ, ਉਹ ਐਕਸਪਲੋਜ਼ਨ ਹੁੰਦਾ, ਫਿਰ ਉੱਥੇ ਰਿਲੇਸ਼ਨ ਨੂੰ ਸੇਵ ਕਰਨ ਦੀ, ਰਿਲੇਸ਼ਨ 'ਤੇ ਵਰਕਆਊਟ ਕਰਨ ਦੀ ਜਿਹੜੀ ਗੁੰਜਾਇਸ਼ ਹੈ, ਉਹ ਬਹੁਤ ਘੱਟ ਰਹਿ ਜਾਂਦੀ ਹੈ। ਮਨਜਿੰਦਰ, ਜਿੱਦਾਂ ਹੁਣ ਆਪਾਂ ਨੂੰ ਬਾਲੀਵੁੱਡ ਨੇ ਖਾਸ ਤੌਰ 'ਤੇ ਫਿਲਮਾਂ ਨੇ, ਪੰਜਾਬੀ ਫਿਲਮਾਂ ਨੇ ਵੀ, ਹਿੰਦੀ ਫਿਲਮਾਂ ਨੇ ਵੀ ਇੱਕ ਅਜਿਹਾ ਨੈਰੇਟਿਵ ਬਿਲਡ ਕੀਤਾ ਕਿ ਜੇ ਦੋਨਾਂ ਵਿੱਚੋਂ ਇੱਕ ਜਣਾ ਪਿਆਰ ਲਈ ਤਿਆਰ ਨਹੀਂ ਵੀ ਹੈ ਤੇ ਦੂਸਰੇ ਨੂੰ ਸ਼ਿੱਦਤ ਨਾਲ ਪਿਆਰ ਹੈ, ਤੇ ਜੇ ਉਹ ਆਪਣਾ ਪਿਆਰ ਪੂਰੀ ਤਰ੍ਹਾਂ ਨਾਲ ਉੱਤੇ ਡੋਲ ਦੇਵੇ, ਉਹਦੇ ਮਗਰ ਵੀ ਜਾਵੇ, ਉਹਦੇ ਘਰ ਦੇ ਵਿੱਚ ਉਹਦੀ ਖਿੜਕੀ ਦੇ ਵਿੱਚੋਂ ਵੀ ਨਜ਼ਰ ਮਾਰ ਰਿਹਾ ਹੈ, ਗਾਣੇ ਗਾ ਰਿਹਾ ਹੈ, ਉਹਦੀ ਸਪੇਸ ਨੂੰ ਇਨਵੇਡ ਕਰ ਰਿਹਾ ਹੈ, ਤੇ ਕਿਤੇ ਨਾ ਕਿਤੇ ਜਾ ਕੇ ਉਹ ਦੂਸਰਾ ਸ਼ਖਸ ਜਾਂ ਦੂਸਰੀ ਸ਼ਖਸ ਹਾਂ ਕਰ ਦੇਗਾ ਜਾਂ ਕਰ ਦੇਗੀ। ਤੇ ਜਦੋਂ ਇਸ ਤਰ੍ਹਾਂ ਦਾ ਸਾਡੇ ਕੋਲੇ ਮਾਡਲਿੰਗ ਬਣੀ ਹੋਈ ਹੈ, ਤੇ ਫਿਰ ਅਜਿਹੀ ਸਿਚੁਏਸ਼ਨ ਦੇ ਵਿੱਚ ਕਿਵੇਂ ਹੈਂਡਲ ਕਰੀਏ ਬਾਉਂਡਰੀਜ਼ ਦੀ ਐਬਸੈਂਸ ਨੂੰ? ਜੀ ਬਿਲਕੁਲ ਬਿਲਕੁਲ। ਦੇਖੋ, ਇਹਦੇ 'ਚ ਦੋ ਚੀਜ਼ਾਂ ਮਨਪ੍ਰੀਤ ਜੀ ਸੋਚ ਰੱਖਣ ਵਾਲੀਆਂ ਹੋਣਗੀਆਂ ਕਿ ਪਰਸਨ ਟੂ ਪਰਸਨ ਬਹੁਤ ਚੀਜ਼ਾਂ ਵੇਰੀ ਕਰਦੀਆਂ ਨੇ, ਰਾਈਟ। ਹੁਣ ਲੈਟਸ ਸੇ, ਜਿਵੇਂ ਆਪਾਂ ਪਹਿਲੇ ਫੋਨ ਦੀ ਗੱਲ ਕੀਤੀ ਹੈ, ਰਾਈਟ। ਹੁਣ ਕਿਸੇ ਲਈ ਹੋ ਸਕਦਾ ਹੈ ਕਿ ਹਾਂ, ਮੇਰੇ ਹਸਬੈਂਡ ਕੋਲ ਮੇਰੇ ਸਾਰੇ ਬੈਂਕ ਅਕਾਊਂਟ ਦੇ ਡੀਟੇਲਸ ਨੇ, ਮੇਰੇ ਹਸਬੈਂਡ ਕੋਲ ਮੇਰੇ ਸਾਰੇ ਫੋਨਸ ਦੇ, ਮੇਰਾ ਈਮੇਲ ਦਾ ਐਕਸੈਸ ਵੀ ਉਹੀ ਕਰਦੇ ਨੇ। ਹੋ ਸਕਦਾ ਉਹਨਾਂ ਲਈ ਉਹ ਚੀਜ਼ ਕੋਈ ਪ੍ਰੋਬਲਮ ਨਾ ਹੋਏ, ਰਾਈਟ, ਕਿਉਂਕਿ ਉਹਨਾਂ ਦਾ ਉਹ ਲਾਈਫ ਦਾ ਗੋਲ ਨਹੀਂ ਹੈ, ਉਹਨਾਂ ਦੀ ਉਹ ਪ੍ਰੈਫਰੈਂਸ ਨਹੀਂ ਹੈ, ਰਾਈਟ। ਹੁਣ ਸੇਮ ਜੋ ਤੁਸੀਂ ਗੱਲ ਕੀਤੀ, ਉਹ ਮਾਈਂਡਸੈਟ ਦੀ, ਉਹ ਪਰਸਨੈਲਿਟੀ ਦੀ ਗੱਲ ਚਲੀ ਜਾਂਦੀ ਹੈ। ਅੱਛਾ। ਹੁਣ ਕਈ ਬੰਦਿਆਂ ਨੂੰ ਜਿਹੜੀ ਕਿਸੇ ਬੰਦੇ ਦੀ ਪਰਸਨਲ ਸਪੇਸ, ਉਹ ਕਹਿ ਲਓ ਕਿ 5 ਮੀਟਰ ਦੇ ਦਾਇਰੇ 'ਤੇ ਹੋ ਸਕਦੀ ਹੈ, ਅਤੇ ਕਿਸੇ ਦੀ 3 ਮੀਟਰ 'ਤੇ, ਰਾਈਟ। ਸੋ ਇਹਦੇ 'ਚ ਅਗਰ ਪ੍ਰੈਫਰੈਂਸ ਦੀ ਗੱਲ ਕਰੀਏ ਅਸੀਂ, ਕੋਈ ਬੰਦਾ ਕਹਿੰਦਾ ਹੈ ਕਿ ਨਹੀਂ, ਮੈਂ ਇੱਕ ਵਾਰੀ ਜਿਹਨੂੰ ਨਾ ਕਰਤੀ, ਉਹ ਨਹੀਂ ਹੈ, ਭਾਵੇਂ ਉਹ ਆਪਣੀ ਜਾਨ ਹੀ ਕਿਉਂ ਨਾ ਦੇ ਦੇ, ਰਾਈਟ। ਬਟ ਦੂਸਰਾ ਬੰਦਾ ਕਹਿੰਦਾ ਹੈ ਕਿ ਅੱਛਾ ਠੀਕ ਹੈ, ਅਗਰ ਉਹ ਮੈਨੂੰ ਇੰਨਾ ਹੀ ਪਿਆਰ ਕਰਦਾ, ਅਗਰ ਉਹ ਮੈਨੂੰ ਇੰਨਾ ਹੀ ਖੁਸ਼ ਰੱਖਦਾ, ਤੇ ਮੈਨੂੰ ਇੱਕ ਵਾਰੀ ਸੋਚ ਲੈਣਾ ਚਾਹੀਦਾ, ਰਾਈਟ। ਸੋ ਉੱਥੇ ਮਾਈਂਡਸੈਟ ਦੀ ਗੱਲ ਆ ਜਾਂਦੀ ਹੈ ਕਿ ਤੁਹਾਡੀ ਪ੍ਰੈਫਰੈਂਸ ਕੀ ਹੈ ਲਾਈਫ ਵਿੱਚ, ਕਿ ਤੁਸੀਂ ਬਿਲਕੁਲ ਹੀ ਫਲੈਕਸੀਬਲ ਹੋ ਜਾਂ ਤੁਸੀਂ ਬਿਲਕੁਲ ਹੀ ਰਿਜਿਡ ਹੋ। ਜੀ, ਦੋਨਾਂ ਪਾਸਿਆਂ ਤੋਂ। ਅੱਛਾ, ਗੱਲ ਸਾਰੀ ਦੀ ਸਾਰੀ ਨਾ ਪਾਸਵਰਡਸ ਦੇ ਉੱਤੇ ਫਸ ਗਈ ਹੋਈ ਹੈ। ਜਿੰਨੇ ਵੀ ਮੈਸੇਜਸ ਆ ਰਹੇ ਆ, ਹੁਣ ਪਿਆਰ ਨੂੰ ਪਾਸਵਰਡਸ ਤੋਂ ਮੈਸ਼ਰ ਕਰਨ ਲੱਗ ਗਏ ਸਾਰੇ ਦੇ ਸਾਰੇ। ਬੜਾ ਕੁਦਰਤੀ ਜਿਹਾ ਇੱਕ ਰਿਐਕਸ਼ਨ ਹੈਗਾ, ਕਹਿੰਦੇ ਕਿ ਚਲੋ ਜੇ ਕਹਿੰਦੇ ਪਾਸਵਰਡ ਹੋਵੇ ਜਾਂ ਨਾ ਹੋਵੇ, ਵਾਟ ਇਜ਼ ਦ ਪ੍ਰੋਬਲਮ ਟੂ ਲੁੱਕ ਇਨਟੂ ਈਚ ਅਦਰਸ ਫੋਨ ਇਫ ਯੂ ਆਰ ਨਾਟ ਡੂਇੰਗ ਐਨੀਥਿੰਗ ਰੋਂਗ। ਤੇ ਕਹਿੰਦੇ ਮੇਰਾ ਖਿਆਲ ਹੈ ਕਿ ਇਹ ਸਾਰਾ ਕੁਝ ਸ਼ੇਅਰ ਕਰਨਾ ਚਾਹੀਦਾ ਜਿੱਥੇ ਕੁਝ ਵੀ ਹਾਈਡ ਕਰਨ ਨੂੰ ਨਾ ਹੋਵੇ। ਜੀ ਬਿਲਕੁਲ, ਬਟ ਉਹੀ ਗੱਲ ਹੈ ਕਿ ਮੇਰਾ ਖਿਆਲ ਔਰ ਤੇਰਾ ਖਿਆਲ ਬਹੁਤ ਫਰਕ ਹੁੰਦਾ ਹੈ। ਬਿਲਕੁਲ, ਪੁੱਛ ਲੈਣਾ ਚਾਹੀਦਾ। ਜੀ, ਗੱਲ ਇੱਥੇ ਆਉਂਦੀ ਹੈ ਕਿ ਅਗਰ ਪੁੱਛ ਲੈਣਾ ਚਾਹੀਦਾ ਹੈ, ਜਾਂ ਕਈ ਵਾਰੀ ਹੋ ਸਕਦਾ ਕਿਸੇ ਦਾ ਖਿਆਲ ਦੂਸਰੇ ਦੇ ਬੰਦੇ ਦੇ ਖਿਆਲ ਦੇ ਨਾਲ ਨਹੀਂ ਮੈਚ ਕਰਦਾ। ਸੋ ਬਾਉਂਡਰੀਜ਼ ਦੀ ਸੈਟਿੰਗ ਬੇਸਿਕਲੀ ਡਿਪੈਂਡ ਕਰਦੀ ਹੈ ਕਿ ਤੁਹਾਡੀਆਂ ਪ੍ਰੈਫਰੈਂਸਿਸ ਕੀ ਨੇ, ਔਰ ਜਿਹਦੇ ਨਾਲ ਬਾਉਂਡਰੀ ਸੈੱਟ ਕੀਤੀ ਜਾ ਰਹੀ ਹੈ, ਜਿਹਦੇ ਵੱਲੋਂ ਸੈੱਟ ਕੀਤੀ ਜਾ ਰਹੀ ਹੈ, ਜੀ ਜੀ, ਉਹਦੀਆਂ ਪ੍ਰੈਫਰੈਂਸਿਸ ਬਿਕੋਜ਼ ਇਹ ਮਿਊਚੁਅਲ ਚੀਜ਼ ਹੈ। ਬਿਲਕੁਲ, ਰਿਸ਼ਤੇ 'ਚ ਦੋ ਜਣੇ ਨੇ। ਜੀ, ਇਹ ਮਿਊਚੁਅਲ ਚੀਜ਼ ਹੈ। ਤੇ ਅੱਛਾ, ਇਹ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਮੈਂ ਸੈਗਵੇ ਥੋੜ੍ਹਾ ਜਿਹਾ ਲਿਆ ਸੀਗਾ, ਫਿਜ਼ੀਕਲ ਸਪੇਸ ਦੇ ਵਿੱਚ ਵੀ ਲੈ ਗਈ ਸੀ ਮੈਂ, ਕਿ ਕਈ ਵਾਰੀ ਇੰਟੀਮੇਟ ਰਿਸ਼ਤਿਆਂ ਦੇ ਵਿੱਚ ਜੀ ਫਿਜ਼ੀਕਲ ਸਪੇਸ ਦਾ ਤਾਂ ਬਿਲਕੁਲ ਹੀ ਕਨਸੈਪਟ ਨਹੀਂ ਹੁੰਦਾ। ਇੱਕ ਸਾਡੇ ਲਿਸਨਰ ਨੇ ਹਰ ਰੋਜ਼ ਸ਼ੋਅ ਸੁਣਦੇ ਨੇ, ਉਹ ਕਹਿੰਦੇ ਕਿ ਮੈਂ ਜਦੋਂ ਪੜ੍ਹਨ ਬੈਠਦੀ ਹਾਂ ਤੇ ਕਹਿੰਦੇ ਦੁਨੀਆ ਭਰ ਦੀਆਂ ਰੁਕਾਵਟਾਂ ਸਾਹਮਣੇ ਆ ਜਾਂਦੀਆਂ ਨੇ, ਦੁਨੀਆ ਭਰ ਦੇ ਮੈਨੂੰ ਕੰਮ ਦੱਸੇ ਜਾਂਦੇ ਨੇ, ਇਹ ਮਹਿਸੂਸ ਕਰਦਿਆਂ ਹੋਇਆ ਵੀ ਸ਼ਾਇਦ ਇਹ ਵਿਹਲੀ ਹੈ ਇਸ ਵੇਲੇ। ਉਹ ਮੀ ਟਾਈਮ ਦਾ ਕਨਸੈਪਟ ਕਿਤੇ ਵੀ ਨਹੀਂ ਹੈਗਾ। ਜੀ ਜੀ ਜੀ, ਇਹ ਬਹੁਤ ਹੀ ਵਧੀਆ ਕੁਐਸਚਨ ਵੀ ਹੈ ਲਿਸਨਰ ਦਾ, ਅਤੇ ਪਲੱਸ ਇਹ ਬਹੁਤ ਵੱਡੀ ਕੰਸਰਨ ਵੀ ਹੈ ਕਿ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਮੀ ਟਾਈਮ, ਕਿਉਂਕਿ ਆਪਾਂ ਨੂੰ ਆਪਣੇ ਦਿਨ ਦਾ ਅਨਵਾਈਂਡ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਬਰਡਨ ਅਸੀਂ ਆਪਣੇ ਨੈਕਸਟ ਡੇ 'ਤੇ ਨਾ ਲੈ ਕੇ ਚੱਲੀਏ। ਉਹਦੇ ਕਰਕੇ ਮੀ ਟਾਈਮ ਦਾ ਕਨਸੈਪਟ ਆਪਾਂ ਕਿਹਾ ਗਿਆ ਹੈ।
ਬਟ ਜੇ ਤੁਸੀਂ ਬਹੁਤ ਜ਼ਿਆਦਾ ਉਸ ਟਾਈਮ ਫੀਲ ਕਰਦੇ ਹੋ, ਬਟ ਇੱਥੇ ਇਹ ਆ ਜਾਂਦਾ ਕਿ ਤੁਸੀਂ ਕੀ ਕੰਮ ਕਰਨ ਲਈ ਰੈਡੀ ਹੋ ਜਾਂਦੇ ਹੋ। ਲੈਟਸ ਸੇ ਤੁਸੀਂ ਆ ਕੇ ਬੁੱਕ ਚੱਕੀ ਹੈ ਅਤੇ ਤੁਹਾਨੂੰ 10 ਕੰਮ ਕਹਿ ਦਿੱਤੇ ਗਏ ਨੇ, ਰਾਈਟ, ਬਜਾਏ ਕਿ ਤੁਸੀਂ ਇਹ ਕਹਿੰਦੇ ਕਿ ਬਈ ਪਲੀਜ਼ ਮੈਂ ਬੁੱਕ ਰੀਡ ਕਰ ਸਕਦੀ ਹਾਂ ਕਿਉਂਕਿ ਮੈਂ ਹੁਣ ਬਹੁਤ ਜ਼ਿਆਦਾ ਟਾਇਰਡ ਹਾਂ, ਮੈਂ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਫਿਰ ਕਰ ਦਾਂਗੀ, ਰਾਈਟ। ਅਤੇ ਜਾਂ ਫਿਰ ਇਹ ਕਹਿ ਸਕਦੇ ਹੋ ਕਿ ਹੁਣ ਮੇਰੀ ਕਪੈਸਿਟੀ ਨਹੀਂ ਹੈ ਬਟ ਮੈਂ ਸੈਕਿੰਡ ਡੇ ਕਰ ਲਾਂਗੀ, ਰਾਈਟ। ਹੁਣ ਇਹ ਕਹਿਣ ਦੇ 2 ਤਰੀਕੇ ਹੋ ਸਕਦੇ ਨੇ। ਤੁਸੀਂ ਬੁੱਕ ਸੁੱਟੀ, ਤੁਸੀਂ ਕੰਮ ਵੀ ਕਰ ਰਹੇ ਹੋ ਪਰ ਨਾਲ ਤੁਸੀਂ ਕਹੀ ਵੀ ਜਾ ਰਹੇ ਹੋ, ਗ੍ਰਜ ਵੀ ਕਰ ਰਹੇ ਹੋ, ਗ੍ਰਜ ਵੀ ਕਰ ਰਹੇ ਹੋ। ਅਤੇ ਜਾਂ ਫਿਰ ਤੁਸੀਂ ਕਹਿ ਨਹੀਂ ਰਹੇ ਬਟ ਤੁਸੀਂ ਸਿਰਫ ਗ੍ਰਜਿੰਗ 'ਤੇ ਹੀ ਜਾ ਰਹੇ ਹੋ ਔਰ ਤੁਸੀਂ ਨਹੀਂ ਪੜ੍ਹ ਰਹੇ ਹੋ, ਰਾਈਟ। ਗੱਲ ਜੀ ਹੋ ਗਿਆ, ਤੁਸੀਂ ਕਮਿਊਨੀਕੇਟ ਕਿਸ ਢੰਗ ਨਾਲ ਕੀਤਾ, ਪਹਿਲੀ ਗੱਲ। ਔਰ ਦੂਜੀ ਗੱਲ ਮੋਸਟ ਇੰਪੋਰਟੈਂਟ ਕਿ ਤੁਸੀਂ ਐਕਚੁਅਲੀ ਕਿਸੇ ਨੂੰ ਇਹ ਗੱਲ ਕਮਿਊਨੀਕੇਟ ਕੀਤੀ ਕਦੀ ਕਿ ਨਹੀਂ। ਕਈ ਵਾਰੀ ਕੀ ਹੁੰਦਾ ਹੈ ਕਿ ਦੂਸਰੇ ਬੰਦੇ ਨੂੰ ਲੱਗਦਾ ਹੈ ਕਿ ਠੀਕ ਹੈ ਉਹ ਪਲੈਜ਼ਰਲੀ ਬੁੱਕ ਰੀਡ ਕਰ ਰਹੀ ਹੈ ਔਰ ਉਹਦੇ ਕੋਲ ਟਾਈਮ ਹੈਗਾ, ਜੇ ਉਹਨੇ 10 ਵਜੇ ਚੁੱਕੀ ਹੈ ਅਤੇ 11 ਵਜੇ ਵੀ ਚੁੱਕ ਲਏਗੀ। ਬਟ ਹੋ ਸਕਦਾ ਸਾਹਮਣੇ ਵਾਲੇ ਬੰਦੇ ਨੂੰ ਨਹੀਂ ਪਤਾ ਕਿ ਤੁਹਾਡਾ ਜ਼ਰੂਰੀ ਹੈ 11 ਵਜੇ ਸੌਣਾ ਕਿਉਂਕਿ ਤੁਸੀਂ ਸਵੇਰੇ 6 ਵਜੇ ਕੰਮ ਲਈ ਉੱਠ ਰਹੇ, ਰਾਈਟ। ਕਈ ਵਾਰੀ ਅਸੀਂ ਅਨਕੌਂਸ਼ੀਅਸਲੀ, ਸਬਕੌਂਸ਼ੀਅਸਲੀ ਅਸੀਂ ਇਹ ਗੱਲਾਂ ਦੂਸਰੇ ਬੰਦੇ ਨੂੰ ਕਹਿ ਦਿੰਦੇ ਹਾਂ, ਕਰਦੇ ਹਾਂ ਜਾਂ ਨਹੀਂ ਕਰਦੇ। ਸੋ ਉਹ ਜਿਹੜੀ ਤੁਹਾਡੀ ਇੱਕ ਅਸਰਟਿਵ ਕਮਿਊਨੀਕੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦੂਸਰੇ ਬੰਦੇ ਦੀ ਫੀਲਿੰਗ ਦਾ ਰਿਸਪੈਕਟ ਰੱਖਦੇ ਹੋਏ ਤੁਸੀਂ ਆਪਣੀ ਫੀਲਿੰਗ ਆਈ ਸਟੇਟਮੈਂਟ ਨਾਲ ਡਾਇਰੈਕਟਲੀ ਕਹਿੰਦੇ ਹੋ ਕਿ ਨਹੀਂ ਕਹਿੰਦੇ ਹੋ, ਰਾਈਟ। ਇਹਦਾ ਮਤਲਬ ਉਹ ਸਟੇਟਮੈਂਟ ਕਹਿ ਦੇਣ ਦੇ ਵਿੱਚ ਕੋਈ ਹਰਜ਼ ਨਹੀਂ ਹੈ, ਕੋਈ ਹਰਜ਼ ਨਹੀਂ ਹੈ, ਨਾ ਹੀ ਅਸੀਂ ਕਿਸੇ ਹੋਰ ਨੂੰ ਤੰਗ ਕਰਨ ਵਾਸਤੇ ਕਹਿ ਰਹੇ ਹੁੰਦੇ ਆ, ਨਹੀਂ, ਉਸ ਰਿਸ਼ਤੇ ਦੇ ਵਿੱਚ ਹੋਰ ਪਲੇਜ਼ੈਂਟਨੈਸ ਲਿਆਉਣ ਵਾਸਤੇ ਤੁਸੀਂ ਕਰ ਰਹੇ ਹੋ। ਜੀ, ਕਿਉਂਕਿ ਤੁਸੀਂ ਅਗਰ ਆਪਣੇ ਅੰਦਰ ਬਿਲਟ ਇਨ ਕਰਕੇ ਬੈਠੇ ਹੋ ਫਰਸਟ੍ਰੇਸ਼ਨ, ਓਬਵੀਅਸਲੀ ਉਹ ਤੁਸੀਂ ਕਿਤੇ ਨਾ ਕਿਤੇ ਐਕਸਪ੍ਰੈਸ ਕਰਦੇ ਹੋ, ਰਾਈਟ। ਫਿਰ ਉਹ ਗੱਲ ਅੱਜ ਦੀ ਹੁੰਦੀ ਹੈ ਅਤੇ ਅਸੀਂ 10 ਸਾਲ ਦੇ ਪੁਰਾਣੇ ਮੁੱਦੇ ਵੀ ਛੇੜ ਲੈਂਦੇ ਹਾਂ ਕਿਉਂਕਿ ਉਹ ਫਰਸਟ੍ਰੇਸ਼ਨ ਬਹੁਤ ਪੀਕ 'ਤੇ ਬਿਲਟ ਹੋਈ ਹੁੰਦੀ ਹੈ, ਉਹਨੂੰ ਟੈਕਲ ਨਹੀਂ ਕੀਤਾ ਅਸੀਂ। ਜੀ ਇੱਕ ਕੁਐਸਚਨ ਹੈ ਕਿ ਉਹ ਕਹਿੰਦੇ ਕਿ ਮੈਂ ਤੇ ਮੇਰੇ ਹਸਬੈਂਡ ਬਿਲਕੁਲ ਆਪੋਜ਼ਿਟ ਹਾਂ। ਮੈਂ ਸਾਰਾ ਕੁਝ ਸ਼ੇਅਰ ਕਰਦੀ ਹਾਂ ਜਦੋਂ ਕਿ ਮੇਰੇ ਹਸਬੈਂਡ ਆਪਣੇ ਕੋਲ ਚੀਜ਼ਾਂ ਬਹੁਤ ਸਾਰੀਆਂ ਰੱਖਦੇ, ਬਹੁਤ ਗੱਲਾਂ ਆਪਣੇ ਕੋਲ ਰੱਖਦੇ ਆ। ਮੈਂ ਕਹਿੰਦੇ ਇਸ ਚੀਜ਼ ਨੂੰ ਪ੍ਰਵਾਨ ਕਰ ਲਿਆ ਹੋਇਆ ਔਰ ਮੈਨੂੰ ਹਰਟ ਨਹੀਂ ਕਰਦੀ ਇਹ ਚੀਜ਼, ਪਰ ਕਦੀ ਕਦੀ ਮੈਨੂੰ ਬੈਡ ਫੀਲ ਹੁੰਦਾ ਅਤੇ ਮੈਨੂੰ ਲੱਗਦਾ ਆ ਕਿ ਇਹ ਅਪਰੋਚ ਠੀਕ ਹੈ ਵੀ ਜਾਂ ਨਹੀਂ। ਮੈਂ ਇਗਨੋਰ ਤਾਂ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਇਹ ਚੀਜ਼ ਮੈਨੂੰ ਬਾਦਰ ਕਰਦੀ ਹੈ, ਰਾਈਟ। ਜੀ ਲਿਸਨਰ ਨੂੰ ਮੈਂ ਹੀ ਕਹਾਂਗੀ ਮਨਪ੍ਰੀਤ ਜੀ, ਇਹ ਬੜਾ ਇੰਟਰਸਟਿੰਗ ਔਰ ਬੜਾ ਹੀ ਅੱਛਾ ਸਵਾਲ ਹੈ, ਰਾਈਟ। ਪਹਿਲੀ ਚੀਜ਼ ਇਹਨਾਂ ਦੀ ਬਹੁਤ ਵਧੀਆ ਕਿ ਇਹਨਾਂ ਨੇ ਦੂਸਰੇ ਬੰਦੇ ਦੀ ਬਾਊਂਡਰੀ ਦੀ ਰਿਸਪੈਕਟ ਰੱਖੀ ਹੈ ਜੀ। ਅਤੇ ਸੈਕਿੰਡ ਚੀਜ਼ ਮੈਂ ਕਹਾਂਗੀ ਕਿ ਜਦੋਂ ਇਹ ਕਹਿੰਦੇ ਆ ਕਿ ਮੈਨੂੰ ਕਦੀ ਕਦੀ ਬੋਦਰ ਕਰਦੀ ਹੈ ਔਰ ਮੈਂ ਉਸ ਚੀਜ਼ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਕਈ ਵਾਰੀ ਹੁੰਦਾ ਕਿ ਆਪਾਂ ਜਦੋਂ ਬਹੁਤ ਜ਼ਿਆਦਾ ਕਿਸੇ ਚੀਜ਼ ਨੂੰ ਅਵੋਇਡੈਂਸ ਜ਼ੋਨ ਵਿੱਚ ਲੈ ਜਾਂਦੇ ਹਾਂ ਅਤੇ ਸਾਡਾ ਪਾਈਲ ਅਪ ਹੋਣਾ ਸ਼ੁਰੂ ਹੋ ਜਾਂਦਾ, ਰਾਈਟ, ਕਿ ਹਰ ਵਾਰੀ ਮੈਂ ਹੀ ਕਿਉਂ ਅੰਡਰਸਟੈਂਡ ਕਰਾਂ, ਰਾਈਟ। ਅਗਰ ਉਹਨਾਂ ਦੇ ਵਿੱਚ ਇਹ ਸਵਾਲ ਨਹੀਂ ਆਉਂਦਾ, ਬਹੁਤ ਵਧੀਆ, ਇਹਦਾ ਮਤਲਬ ਉਹਨਾਂ ਦਾ ਰਿਲੇਸ਼ਨ ਵੀ ਸਟਰੋਂਗ ਹੈ। ਬਟ ਅਗਰ ਉਹਨਾਂ ਨੂੰ ਇਹ ਚੀਜ਼ ਬੋਦਰ ਕਰਦੀ ਹੈ, ਉਹਦੇ ਲਈ ਇਹ ਹੱਲ ਹੋ ਸਕਦਾ ਹੈ ਕਿ ਤੁਸੀਂ ਆਪਣੇ ਹਸਬੈਂਡ ਨੂੰ ਇੱਕ ਨਾਈਸ ਐਂਡ ਡਾਇਰੈਕਟ ਤਰੀਕੇ ਦੇ ਨਾਲ ਇਹ ਪੁੱਛ ਸਕਦੇ ਹੋ ਜਾਂ ਕਦੀ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਇਹ ਕਿਉਂ ਨਹੀਂ ਸ਼ੇਅਰ ਕਰਦੇ। ਕਈ ਵਾਰੀ ਹੁੰਦਾ ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇਵਾਂ ਕਿ ਕਈ ਵਾਰੀ ਮੈਂ ਆਪਣੀ ਹਰ ਚੀਜ਼ ਦਿਨ ਦੀ ਵਾਪਰੀ ਹੋਈ ਨਹੀਂ ਡਿਸਕਸ ਕਰ ਸਕਦੀ ਕਿਉਂਕਿ ਮੇਰਾ ਪ੍ਰੋਫੈਸ਼ਨ ਇਹੋ ਜਿਹਾ, ਮੇਰੀ ਐਥੀਕਲ ਬਾਊਂਡਰੀਜ਼ ਜਿਹੜੀਆਂ ਨੇ ਉਹ ਪਲੇ ਕਰਦੀਆਂ ਬਹੁਤ ਮੇਜਰ ਰੋਲ। ਹੋ ਸਕਦਾ ਕੋਈ ਦੂਸਰਾ ਬੰਦਾ ਲਾਈਕ ਲੈਟਸ ਸੇ ਕੋਈ ਡਾਕਟਰਸ ਨੇ, ਕੋਈ ਸੋਸ਼ਲ ਸਿਕਿਉਰਿਟੀ ਫੋਰਸਿਸ ਵਿੱਚ ਨੇ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਨਪਲੇਜ਼ੈਂਟ ਹੋ ਸਕਦੀਆਂ, ਅਪਸੈਟਿੰਗ ਹੋ ਸਕਦੀਆਂ, ਰਾਈਟ। ਸੋ ਉਹ ਬੰਦਾ ਅਨਲੋਡ ਨਹੀਂ ਕਰਨਾ ਚਾਹੁੰਦਾ ਦੂਸਰੇ ਬੰਦੇ 'ਤੇ, ਜਾਂ ਉਹ ਘਰ ਦਾ ਮਾਹੌਲ ਇਹੋ ਜਿਹਾ ਸੈਡ ਨਹੀਂ ਕ੍ਰੀਏਟ ਕਰਨਾ ਚਾਹੁੰਦਾ, ਰਾਈਟ। ਯੈਸ, ਕਈ ਵਾਰੀ ਪਰਸਨੈਲਿਟੀ ਦੀਆਂ ਵੀ ਚੀਜ਼ਾਂ ਆ ਜਾਂਦੀਆਂ ਨੇ। ਕਈ ਵਾਰੀ ਮੈਨ ਜਿਹੜੇ ਨੇ quiet as a personality trait, some men are quiet, right? Women often ਦੇਖਿਆ ਗਿਆ ਕਿ ਆਪਾਂ ਜ਼ਿਆਦਾ ਐਕਸਪ੍ਰੈਸਿਵ ਹੁੰਦੇ ਹਾਂ, ਸੋ ਉਹ ਵੀ ਰੀਜ਼ਨ ਹੋ ਸਕਦਾ। ਔਰ ਮੈਨੂੰ ਮੇਰੇ ਖਿਆਲ 'ਚ ਸੋਸਾਇਟੀ ਵੀ ਤਾਂ ਬਰਡਨ ਬਹੁਤ ਕਰਦੀ ਹੈ ਨਾ ਕਿ ਤੁਸੀਂ ਕਮਜ਼ੋਰ ਜਾਂ ਤੁਸੀਂ ਆਪਣੀ ਇਮੋਸ਼ਨ ਨਹੀਂ ਪ੍ਰਗਟ ਕਰਨੀ ਜਾਂ ਤੁਸੀਂ ਆਪਣੀ ਪਰੇਸ਼ਾਨੀ ਸ਼ੇਅਰ ਨਹੀਂ ਕਰਨੀ। ਐਗਜ਼ੈਕਟਲੀ, ਉਹ ਹੋ ਸਕਦਾ ਉਹਨਾਂ ਦੀ ਲਰਨਿੰਗ ਸਟਾਈਲ ਇਹੋ ਜਿਹੀ ਕੋਈ ਰਹੀ ਹੋਈ ਹੋਵੇ ਪਾਸਟ ਵਿੱਚ ਕਿ ਉਹਨਾਂ ਨੇ ਉਹ ਚੀਜ਼ ਆਪਣੀ ਫੈਮਿਲੀ ਤੋਂ, ਆਪਣੀ ਅਪਬ੍ਰਿੰਗਿੰਗ ਤੋਂ ਲਰਨ ਕੀਤਾ ਹੋਏ ਕਿ ਹਾਂ ਬਈ ਮੇਰਾ ਇਹੀ ਰੋਲ ਹੈ, ਮੈਨੂੰ ਇੱਦਾਂ ਦਾ ਹੀ ਹੋਣਾ ਚਾਹੀਦਾ ਹੈ, ਰਾਈਟ। ਸੋ ਉਹ ਚੀਜ਼ ਅਗਰ ਕਦੀ ਆਊਟ ਆਫ ਕਿਊਰੀਓਸਿਟੀ ਅਗਰ ਤੁਸੀਂ ਕਿਸੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਕਿ ਬਈ
ਹਾਂ ਕਿਉਂ ਹੈ, ਕੀ ਚੀਜ਼ ਹੈ ਜਿਹਦੇ ਕਰਕੇ ਤੁਸੀਂ ਸਟਾਪ ਕਰ ਦਿਓ ਆਪਣੇ ਆਪ ਨੂੰ, ਤੇ ਤੁਸੀਂ ਹੋ ਸਕਦਾ ਉਹਦੇ ਚੋਂ ਕੋਈ ਗੱਲਬਾਤ ਕਰਨ ਨਾਲ ਹੱਲ ਵੀ ਨਿਕਲ ਆਏ। ਜੀ ਅੱਛਾ, ਇੱਕ ਸਾਡੇ ਲਿਸਨਰ ਨੇ, ਉਹਨਾਂ ਦੀ ਕਾਫੀ ਲੰਬੀ ਇਨਪੁਟ ਹੈ, ਮੇਰਾ ਦਿਲ ਤਾਂ ਕਰ ਰਿਹਾ ਮੈਂ ਸਾਰੀ ਦੀ ਸਾਰੀ ਸ਼ੇਅਰ ਕਰਾਂ। ਉਹ ਮਹਿਸੂਸ ਕਰਦੇ ਆ ਕਿ ਪਿਆਰ ਅੰਨਾ ਹੁੰਦਾ ਹੈ ਤੇ ਦੋ ਜਣੇ ਸੈਪਰੇਟ ਨਹੀਂ ਹੁੰਦੇ। ਤੇ ਇਹ ਹੁਣ ਪਿਆਰ ਅੰਨੇ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਇਹ ਲੱਗ ਰਿਹਾ ਵੀ ਕਿ ਪਿਆਰ ਜਦੋਂ ਅੰਨਾ ਹੁੰਦਾ ਹੈ ਤੇ ਫਿਰ ਉਹ ਇੱਕ ਦੂਜੇ ਦੇ ਵਿੱਚ ਵੱਜਦਾ ਫਿਰਦਾ ਹੁੰਦਾ ਹੈ, ਜਾਂ ਕਿ ਇਜ਼ ਦੇਅਰ ਐਨੀ ਵੇ ਕਿ ਕੋਐਗਜ਼ਿਸਟ ਕੀਤਾ ਜਾ ਸਕੇ ਇੱਕ ਦੂਜੇ ਦੀ ਇੱਜ਼ਤ ਕਰਦੇ ਹੋਏ। ਜੀ, ਜਦੋਂ ਆਪਾਂ ਬਿਲਕੁਲ ਤੁਸੀਂ ਵਧੀਆ ਕਹਿ ਰਹੇ ਹੋ ਕਿ ਜਦੋਂ ਆਪਾਂ ਬਲਾਈਂਡਨੈਸ ਦੀ ਗੱਲ ਕਰਦੇ ਹਾਂ ਤੇ ਕੁਝ ਚੀਜ਼ਾਂ ਆਪਾਂ ਇਗਨੋਰ ਕਰਨੀਆਂ ਸ਼ੁਰੂ ਕਰ ਸਕਦੇ ਹਾਂ, ਰਾਈਟ। ਬਟ ਉਹ ਹੋ ਸਕਦਾ ਪ੍ਰੈਜ਼ੈਂਟ ਸਟੇਟ ਵਿੱਚ ਤੁਹਾਨੂੰ ਨਾ ਬੋਦਰ ਕਰਦੀਆਂ ਹੋਣ, ਸਪੈਸ਼ਲੀ ਜਦੋਂ ਆਪਾਂ ਕਿਸੇ ਨਵੇਂ ਰਿਲੇਸ਼ਨ 'ਚ ਹੁੰਦੇ ਹਾਂ, ਰਾਈਟ। ਆਪਾਂ ਨੂੰ ਲੱਗਦਾ ਕਿ ਯਾਰ ਅਗਲੇ ਆਪਾਂ ਨੂੰ ਜਾਣਨ ਲਈ ਇੱਕ ਦੂਸਰੇ ਨੂੰ ਟਾਈਮ ਚਾਹੀਦਾ ਹੈ, ਠੀਕ ਹੈ। ਆਪਾਂ ਇੱਕ ਸਟਾਰਟਿੰਗ ਬਿਲਡਿੰਗ ਬਲੌਕਸ ਜਦੋਂ ਐਸਟੈਬਲਿਸ਼ ਕਰ ਰਹੇ ਹੁੰਦੇ ਹਾਂ ਤੇ ਆਪਾਂ ਕਦਮ ਫੂਕ ਕੇ ਰੱਖਦੇ ਹਾਂ, ਆਪਣੇ ਇਮੋਸ਼ਨਸ ਨੂੰ ਐਕਸਪ੍ਰੈਸ ਨਹੀਂ ਕਰਦੇ। ਉਦੋਂ ਲੱਗਦਾ ਆਪਾਂ ਨੂੰ ਕਿ ਹਾਂਜੀ ਰੋਜ਼ੀ ਵਰਲਡ ਹੈ, ਲਵ ਬਲਾਈਂਡ ਹੈ। ਬਟ ਜਦੋਂ ਸਲੋਲੀ ਗ੍ਰੈਜੂਅਲੀ ਆਪਣੀ ਗੱਡੀ ਜਿਹੜੀ ਹੈ ਟਰੈਕ 'ਤੇ ਆਉਣੀ ਸ਼ੁਰੂ ਹੁੰਦੀ ਹੈ, ਰਿਸਪੋਂਸਿਬਿਲਿਟੀਜ਼ ਵਧਣੀਆਂ ਸ਼ੁਰੂ ਹੁੰਦੀਆਂ, ਫੈਮਿਲੀ ਇਨਹੈਂਸ ਹੋਣੀ ਸ਼ੁਰੂ ਹੁੰਦੀ ਹੈ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਕਰੀਜ਼ ਹੁੰਦੀਆਂ ਜਾਂਦੀਆਂ, ਰਾਈਟ। ਸਟ੍ਰੈਸਰਸ ਵੱਧਦੇ ਜਾਂਦੇ ਆ, ਰਿਸਪੋਂਸਿਬਿਲਿਟੀਜ਼ ਵੱਧਦੀਆਂ ਜਾਂਦੀਆਂ, ਤੇ ਉਹਦੇ 'ਚ ਕੋਐਗਜ਼ਿਸਟੈਂਸ ਦਾ ਕਿੰਨਾ ਕੁ ਸਕੋਪ ਤੁਹਾਡੇ ਰਿਲੇਸ਼ਨ ਦੇ ਵਿੱਚ ਹੈਗਾ, ਡਿਪੈਂਡਿੰਗ ਅਪੋਨ ਕਿ ਤੁਸੀਂ ਦੋ ਕਿਹੋ ਜਿਹੇ ਡਿਫਰੈਂਟ ਇਨਸਾਨ ਹੋ। ਹੁਣ ਲੈਟਸ ਸੇ ਕਿ ਤੁਸੀਂ ਕਹਿੰਦੇ ਹੋ ਕਿ ਹਾਂਜੀ ਅਸੀਂ ਹਰ ਇੱਕ ਜੋ ਵੀ ਹੈ ਬੰਦਾ ਜਿੱਦਾਂ ਦਾ ਵੀ ਹੈ ਮੈਂ ਉਹਨੂੰ ਐਕਸੈਪਟ ਕਰਨ ਲਈ ਤਿਆਰ ਹਾਂ। ਉਹ ਤੁਹਾਡੀ ਰਿਲੇਸ਼ਨਸ਼ਿਪ ਦੀ ਇੱਕ ਬਾਉਂਡਰੀ ਹੈ ਇੱਕ ਤਰ੍ਹਾਂ ਨਾਲ, ਰਾਈਟ, ਕਿ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਕਰਦੇ ਹੋ, ਤੁਹਾਨੂੰ ਕੋਈ ਕੰਸਰਨ ਨਹੀਂ ਹੈ ਉਸ ਚੀਜ਼ ਨਾਲ। ਗੱਲ ਬਾਉਂਡਰੀ ਦੀ ਮੇਨ ਮਨਪ੍ਰੀਤ ਜੀ ਉਦੋਂ ਆਉਂਦੀ ਹੈ ਕਿ ਕਿਹੜੀ ਚੀਜ਼ ਤੁਹਾਨੂੰ ਬੋਦਰ ਕਰਦੀ ਹੈ ਔਰ ਕਿਹੜੀ ਚੀਜ਼ ਤੁਹਾਨੂੰ ਬੋਦਰ ਨਹੀਂ ਕਰਦੀ। ਕੀ ਤੁਸੀਂ ਸਾਹਮਣੇ ਵਾਲੇ ਬੰਦੇ ਤੋਂ ਕੋਈ ਚੇਂਜ ਚਾਹੁੰਦੇ ਹੋ ਜਾਂ ਤੁਸੀਂ ਚੇਂਜ ਨਹੀਂ ਚਾਹੁੰਦੇ ਹੋ, ਰਾਈਟ। ਤੇ ਜੇ ਤੁਸੀਂ ਚੇਂਜ ਚਾਹੁੰਦੇ ਹੋ ਤਾਂ ਉਹ ਐਕਸਪ੍ਰੈਸ ਕਰਨੀ ਬੜੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਐਕਸਪ੍ਰੈਸ਼ਨ ਦੀ ਜ਼ਿਕਰ ਕੀਤਾ, ਇੱਕ ਸਾਡੇ ਲਿਸਨਰ ਕਹਿੰਦੇ ਨੇ ਵੀ ਸਾਡੀ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਕਮਿਊਨੀਕੇਟ ਨਹੀਂ ਕਰਦੇ ਪੋਜ਼ਿਟਿਵ ਤਰੀਕੇ ਨਾਲ, ਖਾਸ ਤੌਰ 'ਤੇ। ਜੀ ਬਿਲਕੁਲ ਬਿਲਕੁਲ ਬਿਲਕੁਲ। ਸੋ ਉਹ ਜਿਹੜੀ ਕਿਸੇ ਵੀ ਰਿਲੇਸ਼ਨਸ਼ਿਪ ਵਿੱਚ, ਸਪੈਸ਼ਲੀ ਆਪਣੇ ਪਰਸਨਲ ਰਿਲੇਸ਼ਨਸ਼ਿਪ ਵਿੱਚ, ਚਾਹੇ ਉਹ ਕਮਿਊਨੀਕੇਸ਼ਨ ਗੈਪ ਹੋਏ, ਚਾਹੇ ਉਹ ਮਿਸਕਮਿਊਨੀਕੇਸ਼ਨ ਹੋਏ, ਤੇ ਚਾਹੇ ਉਹ ਲੈਕ ਆਫ ਕਮਿਊਨੀਕੇਸ਼ਨ ਹੋਏ, ਤੇ ਚਾਹੇ ਉਹ ਮਿਸਇੰਟਰਪ੍ਰੀਟੇਸ਼ਨ ਆਫ ਕਮਿਊਨੀਕੇਸ਼ਨ ਹੋਏ, ਰਾਈਟ। ਇਹ ਸਾਰੀ ਕਹਾਣੀ ਜਿਹੜੀ ਕਮਿਊਨੀਕੇਸ਼ਨ 'ਤੇ ਆ ਕੇ ਟਿਕ ਜਾਂਦੀ ਹੈ, ਰਾਈਟ। ਔਰ ਉਹਦਾ ਮੇਨ ਕਾਰਨ ਕੀ ਹੈ ਕਿ ਅਸੀਂ ਕਈ ਵਾਰੀ ਸਟਾਈਲ ਜਿਹੜਾ ਹੈ ਨਾ ਕਮਿਊਨੀਕੇਸ਼ਨ ਦਾ, ਉਹ ਐਪਰੋਪਰੀਏਟ ਚੂਜ਼ ਨਹੀਂ ਕਰਦੇ। ਹੁਣ ਤੁਹਾਨੂੰ ਕਿਸੇ ਨਾਲ ਕਿਸੇ ਚੀਜ਼ 'ਤੇ ਪ੍ਰੋਬਲਮ ਹੈ, ਆਪਾਂ ਸਿੱਧਾ ਹੀ ਆਰਗੂਮੈਂਟ ਮੋਡ 'ਤੇ ਚਲੇ ਜਾਂਦੇ ਹਾਂ, ਜਾਂ ਅਸੀਂ ਬਿਲਕੁਲ ਹੀ ਡਿਫੈਂਸਿਵ ਹੋ ਜਾਂਦੇ ਹਾਂ, ਰਾਈਟ। ਬਟ ਆਪਾਂ ਕਦੀ ਔਰ ਆਪਾਂ ਮੁੱਦੇ ਨੂੰ ਉਸੇ ਟਾਈਮ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਦੋਨੋਂ ਪਾਰਟੀਆਂ ਪੀਕ 'ਤੇ ਹੁੰਦੀਆਂ ਨੇ। ਆਪਾਂ ਕੋਈ ਵੀ ਉਸ ਟਾਈਮ, ਮੋਸਟ ਆਫ ਦਾ ਟਾਈਮ ਅਸੀਂ ਉਸ ਚੀਜ਼ ਨੂੰ ਪੌਜ਼ ਨਹੀਂ ਲੈਣਾ ਚਾਹੁੰਦੇ। ਕਈ ਵਾਰੀ ਮੇਰੇ ਕੋਲ ਕਲਾਇੰਟ ਇਹ ਵੀ ਆਉਂਦੇ ਆ ਤੇ ਕਹਿੰਦੇ ਆ ਕਿ ਬਈ ਮੈਨੂੰ ਜਦੋਂ ਗੁੱਸਾ ਆਉਂਦਾ ਹੈ ਤੇ ਮੈਂ ਵਾਕ ਅਵੇ ਕਰਨ ਦੀ ਕੋਸ਼ਿਸ਼ ਕਰਦਾ। ਅੱਛਾ, ਰਾਈਟ। ਮੈਨੂੰ ਹੁੰਦਾ ਕਿ ਮੈਂ ਇਸ ਟਾਈਮ 'ਤੇ ਐਸਕੇਲੇਟ ਨਾ ਕਰਾਂ ਸਿਚੁਏਸ਼ਨ ਨੂੰ, ਮੈਂ ਬ੍ਰੇਕ ਲੈਣਾ ਚਾਹੁੰਦਾ ਹੁੰਦਾ, ਬਟ ਸਾਹਮਣੇ ਵਾਲਾ ਬੰਦਾ ਬ੍ਰੇਕ ਦੇਣ ਲਈ ਤਿਆਰ ਨਹੀਂ ਹੁੰਦਾ। ਫਿਰ ਉੱਥੇ ਮੈਂ ਵੀ ਸ਼ੂਟ ਆਊਟ ਹੋ ਜਾਂਦਾ, ਮੇਰਾ ਵੀ ਲਾਈਕ 2 ਤੋਂ 10 ਤੇ ਪਹੁੰਚ ਜਾਂਦਾ ਔਰ ਮੈਂ ਫੁੱਲ ਬਲੋਨ 'ਚ ਚਲਾ ਜਾਂਦਾ, ਰਾਈਟ। ਸੋ ਉਹ ਚੀਜ਼ ਅੰਡਰਸਟੈਂਡ ਕਰਨੀ ਬੜੀ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਇੱਕ ਆਲਰੇਡੀ ਹੀਟਡ ਅਪ ਇਨਵਾਇਰਮੈਂਟ ਹੈਗਾ, ਸਾਰੇ ਮਸਲੇ ਦੁਨੀਆ ਦੇ ਉਸੇ ਟਾਈਮ ਹੱਲ ਨਾ ਕੀਤੇ ਜਾਣ, ਉਹਦੀ ਬਾਉਂਡਰੀ ਦੀ ਰਿਸਪੈਕਟ ਕੀਤੀ ਜਾਏ। ਜੇ ਉਹ ਆਪਣੀ ਬਾਉਂਡਰੀ ਕ੍ਰੀਏਟ ਕਰਨਾ ਚਾਹੁੰਦੇ ਨੇ, ਇੱਕ ਜਣੇ ਨੂੰ ਪਤਾ ਆ ਕਿ ਮੇਰਾ ਇਸ ਵੇਲੇ ਟੈਂਪਰ ਲੂਜ਼ ਹੋ ਜਾਣਾ ਔਰ ਉਹ ਇਸ ਚੀਜ਼ ਦਾ ਅਹਿਸਾਸ ਕਰਕੇ ਦੂਰ ਜਾ ਰਹੇ ਨੇ, ਤੇ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਜੀ। ਅੱਛਾ, ਇੱਕ ਕੁਐਸਚਨ ਬੜਾ ਦਿਲਚਸਪ ਹੈ, ਕਿਸੇ ਰਿਸ਼ਤੇ ਦੇ ਵਿੱਚ ਬਾਉਂਡਰੀਜ਼ ਦੀ ਪਰਿਭਾਸ਼ਾ, ਡੈਫੀਨੇਸ਼ਨ ਕੀ ਚੇਂਜ ਹੁੰਦੀ ਰਹਿੰਦੀ ਹੈ? ਕਿ ਅੱਜ ਜਿਸ ਚੀਜ਼ ਨੂੰ ਲੈ ਕੇ ਅਸੀਂ ਬਾਉਂਡਰੀ ਕ੍ਰੀਏਟ ਕੀਤੀ ਹੋਈ ਹੈ, ਕੱਲ੍ਹ ਨੂੰ ਅਸੀਂ ਉਹ ਬਾਉਂਡਰੀ ਹਟਾ ਦਿੱਤੀ ਹੈ, ਜਾਂ ਕੱਲ੍ਹ ਤੱਕ ਜਿਸ ਚੀਜ਼ ਦੇ ਉੱਤੇ ਬਾਉਂਡਰੀ ਨਹੀਂ ਸੀ, ਅੱਜ ਉਹ ਬਾਉਂਡਰੀ ਅਸੀਂ ਕ੍ਰੀਏਟ ਕਰ ਲਈ ਹੋਈ ਹੈ, ਤੇ ਕੀ ਫਿਰ ਉਹ ਅਲਾਰਮ ਬੈਲਸ ਨਹੀਂ ਵੱਜ ਜਾਂਦੀਆਂ ਵੀ ਕੁਛ ਨਾ ਕੁਛ ਹੋ ਰਿਹਾ ਜੇ ਬਾਉਂਡਰੀ ਕ੍ਰੀਏਟ ਹੋਈ ਹੈ ਤਾਂ? ਯੈਸ, ਬਿਲਕੁਲ ਬਿਲਕੁਲ, ਬਹੁਤ ਹੀ ਜ਼ਿਆਦਾ, ਵਾਕਈ ਤੁਸੀਂ ਸਹੀ ਗੱਲ ਕਹੀ ਹੈ ਕਿ ਬੜਾ ਇੰਟਰਸਟਿੰਗ ਕੁਐਸਚਨ ਹੈ ਔਰ ਬੜਾ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਅਸੀਂ ਕਈ ਵਾਰੀ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜਿਹੜਾ ਸਾਡਾ ਰਿਲੇਸ਼ਨ ਹੈ ਉਹ ਇਵੋਲਵ ਹੁੰਦਾ ਹੈ, ਰਾਈਟ, ਬਦਲਦਾ ਹੈ, ਗਰੋ ਕਰਦਾ ਹੈ। ਤੁਸੀਂ ਬਾਇਓਲੋਜੀਕਲ ਡਿਫਰੈਂਟ ਸਟੇਜਸ 'ਚ ਜਾਂਦੇ ਹੋ, ਤੁਹਾਡੀ ਬੋਡੀ ਦੀਆਂ ਨੀਡਸ ਚੇਂਜ ਹੁੰਦੀਆਂ, ਤੁਹਾਡੀਆਂ ਸੋਸ਼ਲ ਨੀਡਸ ਚੇਂਜ ਹੁੰਦੀਆਂ, ਤੁਹਾਡੀਆਂ ਇਮੋਸ਼ਨਲ ਨੀਡਸ ਚੇਂਜ ਹੁੰਦੀਆਂ,
ਰਾਈਟ। ਸੋ ਜਦੋਂ ਤੁਸੀਂ ਕਿਸੇ ਵੀ ਰਿਲੇਸ਼ਨਸ਼ਿਪ 'ਚ ਹੋ, ਤੁਹਾਡੀ ਜਿਹੜੀ ਇਵੋਲਵਿੰਗ ਸਟ੍ਰੈਟਜੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਟਾਈਮ ਬਦਲ ਰਿਹਾ, ਰਾਈਟ। ਆਪਾਂ ਟਾਈਮ ਨੂੰ ਬਦਲਦਾ ਦੇਖਦੇ ਹਾਂ, ਆਪਾਂ ਟੈਕਨੋਲੋਜੀ ਨੂੰ ਬਦਲਦਾ ਦੇਖਦੇ ਹਾਂ, ਬਟ ਅਸੀਂ ਆਪਣੇ ਰਿਸ਼ਤੇ ਨੂੰ ਸਟੈਗਨੈਂਟ ਕਰ ਦਿੰਦੇ ਹਾਂ। ਸੋ ਉਹ ਰਿਸ਼ਤੇ ਦੀ ਜਿਹੜੀ ਆਪਾਂ ਸਟੈਗਨੈਂਟ ਕਰ ਦਿੰਦੇ ਹਾਂ, ਉਹਨੂੰ ਉੱਥੇ ਫਰੀਜ਼ ਕਰ ਦਿੰਦੇ ਹਾਂ, ਉਹਦੇ 'ਚ ਫਲੈਕਸੀਬਿਲਿਟੀ ਦੀ ਕੋਈ ਗੁੰਜਾਇਸ਼ ਨਹੀਂ ਛੱਡਦੇ, ਉਹ ਪ੍ਰੋਬਲਮ ਹੋ ਜਾਂਦੀ ਹੈ। ਸੋ ਟਾਈਮ ਦੇ ਹੋ ਸਕਦਾ ਲੈਟਸ ਸੇ ਤੁਸੀਂ ਅੱਜ ਸਿਰਫ ਹਸਬੈਂਡ ਵਾਈਫ ਹੋ, ਤੁਹਾਡੇ ਬੱਚੇ ਨਹੀਂ ਹੈਗੇ, ਰਾਈਟ। ਤੁਹਾਡੇ ਕੋਲ ਸਪੇਸ ਹੀ ਸਪੇਸ ਹੈ, ਟਾਈਮ ਹੀ ਟਾਈਮ ਹੈ, ਰਾਈਟ। ਤੁਸੀਂ ਉਸ ਟਾਈਮ 'ਤੇ ਉਹ ਚੀਜ਼ ਇਨਕੋਰਪੋਰੇਟ ਨਹੀਂ ਕਰੋਗੇ ਕਿ ਬਈ ਮੈਂ ਬੱਚਿਆਂ ਤੋਂ ਬਾਅਦ ਵੀ ਕੰਮ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹ ਤੁਹਾਡੀ ਸਟੇਜ ਨਹੀਂ ਹੈ ਲਾਈਫ ਦੀ, ਰਾਈਟ। ਹੁਣ ਲੈਟਸ ਸੇ ਤੁਸੀਂ ਮਦਰਹੁੱਡ ਚਲੇ ਗਏ ਹੋ ਜਾਂ ਫਾਦਰਹੁੱਡ ਚਲੇ ਗਏ ਹੋ, ਤੁਹਾਡੀ ਨੀਡ ਚੇਂਜ ਹੋ ਗਈ ਹੈ। ਤੁਸੀਂ ਐਕਸਪ੍ਰੈਸ ਉਸ ਟਾਈਮ ਹੀ ਰੀਅਲਾਈਜ਼ ਕਰੋਗੇ ਕਿ ਹਾਂ ਮੈਂ ਕੰਮ ਕਰ ਸਕਦੀ ਹਾਂ ਜਾਂ ਮੈਂ ਕੰਮ ਨਹੀਂ ਕਰ ਸਕਦੀ, ਜਾਂ ਮੈਂ ਪੂਰਾ ਕੰਮ ਕਰ ਸਕਦੀ ਹਾਂ ਜਾਂ ਮੈਂ ਪਾਰਟ ਟਾਈਮ ਕਰ ਸਕਦੀ ਹਾਂ, ਰਾਈਟ। ਸੋ ਇਹ ਜਿਹੜੀ ਤੁਹਾਡੀ ਇੱਕ ਅਪਰੋਚ ਹੈ ਲਾਈਫ ਨੂੰ ਲੈ ਕੇ ਕਿ ਹਾਂ ਮੇਰਾ ਰਿਲੇਸ਼ਨ ਇਵੋਲਵ ਹੁੰਦਾ ਹੈ, ਇਹਦੀ ਐਕਸੈਪਟੈਂਸ ਬੜੀ ਜ਼ਰੂਰੀ ਹੈ। ਜੀ, ਐਕਸੈਪਟੈਂਸ ਵੀ ਬਹੁਤ ਜ਼ਰੂਰੀ ਹੈ, ਔਰ ਉਸ ਤੋਂ ਪਹਿਲਾਂ ਜੋ ਉਮੀਦਾਂ ਇੱਕ ਦੂਜੇ ਤੋਂ ਲਾਈਆਂ ਹੋਈਆਂ ਨੇ, ਉਹਨਾਂ ਦੀ ਰੀਜ਼ਨੇਬਿਲਿਟੀ ਜੀ, ਬਹੁਤ ਜ਼ਿਆਦਾ ਉਹਨਾਂ ਨੂੰ ਕੁਛ decide ਫਲੈਕਸੀਬਲ ਰੱਖਣਾ, ਨਾ ਕਿ ਉਹਨਾਂ ਨੂੰ ਇੱਕ ਰਿਜਿਡ ਬਣਾ ਦੇਣਾ ਕਿ ਇਹ ਇੱਕ ਪੱਥਰ ਦੀ ਲਕੀਰ ਖਿੱਚੀ ਗਈ ਹੈ ਤੇ ਹੁਣ ਅਸੀਂ ਇਹਨੂੰ ਮਿਟਾ ਨਹੀਂ ਸਕਦੇ। ਉਹ ਅਪਰੋਚ ਨਾਲ ਕਦੀ ਵੀ ਬਾਉਂਡਰੀ ਸੈੱਟ ਨਹੀਂ ਕੀਤੀਆਂ ਜਾ ਸਕਦੀਆਂ। ਇਹ ਫਲੂਇਡ ਹੁੰਦੀਆਂ ਨੇ, ਇਹਦਾ ਮਤਲਬ ਜੀ ਬਿਲਕੁਲ ਬਿਲਕੁਲ, ਇਹ ਫਲੂਇਡ ਹੁੰਦੀਆਂ ਨੇ, ਫਲੈਕਸੀਬਲ ਹੁੰਦੀਆਂ ਨੇ, ਟਾਈਮ ਟੂ ਟਾਈਮ, ਸਿਚੁਏਸ਼ਨ ਟੂ ਸਿਚੁਏਸ਼ਨ, ਸਰਕਮਸਟਾਂਸਿਸ ਦੇ ਅਕੋਰਡਿੰਗਲੀ ਇਹਨਾਂ ਨੂੰ ਚੇਂਜ ਕਰਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ, ਔਰ ਇਹੀ ਇੱਕ ਰਿਲੇਸ਼ਨ ਦੀ ਬਿਊਟੀ ਬਣ ਜਾਂਦਾ ਹੈ। ਇਹਦੇ ਨਾਲ ਜਿਹੜਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਣੇ ਰਿਲੇਸ਼ਨਸ ਵਿੱਚ, ਪਰਸਨਲ ਰਿਲੇਸ਼ਨ 'ਚ ਜਿਹੜਾ ਸਪਾਰਕ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਦੂਸਰੇ ਬੰਦੇ ਤੋਂ ਫਰਸਟ੍ਰੇਟ ਹੋਣਾ ਸ਼ੁਰੂ ਹੋ ਜਾਂਦੇ ਹਾਂ, ਅਸੀਂ ਦੂਸਰੇ ਬੰਦੇ 'ਤੇ ਡਾਊਟ ਕਰਨਾ ਸ਼ੁਰੂ ਹੋ ਜਾਂਦੇ ਹਾਂ ਕਿ ਮੈਂ ਇਹ ਬੰਦੇ ਨਾਲ ਪਿਆਰ ਨਹੀਂ ਸੀ ਕੀਤਾ, ਜਾਂ ਮੈਂ ਇਹ ਨਹੀਂ ਸੀ ਐਕਸਪੈਕਟ ਕੀਤਾ ਆਪਣੀ ਮੈਰਿਜ ਤੋਂ। ਸੋ ਉਹ ਪ੍ਰੋਬਲਮ ਐਕਸੈਪਟੈਂਸ ਦੀ ਹੈ ਕਿ ਜਦੋਂ ਆਪਾਂ ਚੇਂਜ ਨਹੀਂ ਕਰਦੇ ਉਸ ਚੀਜ਼ ਨੂੰ। ਔਰ ਬਹੁਤ ਜ਼ਿਆਦਾ ਨੇੜਤਾ ਕਈ ਵਾਰੀ ਤੁਹਾਨੂੰ ਕਲੋਜ਼ਨੈਸ ਬਹੁਤ ਜ਼ਿਆਦਾ ਕੰਟੈਂਪਟ ਵੀ ਬਣ ਜਾਂਦੀ ਹੈ। ਜੀ ਸੋ ਉਸ ਕੇਸ ਦੇ ਵਿੱਚ ਇਹ ਦੀਵਾਰ ਹਲਕੀ ਜਿਹੀ ਰੱਖ ਲੈਣੀ ਚਾਹੀਦੀ ਹੈ। ਆਵਾਜ਼ ਮਾਰਿਆ ਇੱਕ ਦੂਜੇ ਨੂੰ, ਫਟਾਫਟ ਦੀਵਾਰ ਟੱਪ ਕੇ ਆ ਜਾਈਏ, ਜੀ ਪਰ ਥੋੜੀ ਜਿੰਨੀ ਜ਼ਰੂਰ ਰੱਖਿਆ ਹੋਵੇ, ਉਹਨੂੰ ਬਾਉਂਡਰੀ ਰੱਖੀ ਹੋਵੇ। ਵੈਲ, ਕਨਵਰਸੇਸ਼ਨ ਇਹ ਬਹੁਤ ਸਾਰੇ ਹਾਲੇ ਐਂਗਲਸ ਇਹਦੇ ਐਕਸਪਲੋਰ ਕਰਨ ਵਾਲੇ ਰਹਿ ਗਏ ਮਨਜਿੰਦਰ ਜੀ, ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੇ ਸਾਡੇ ਨਾਲ ਲੜੀਵਾਰ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕੋ, ਤੇ ਸਾਨੂੰ ਚੰਗਾ ਲੱਗੇਗਾ। ਸਾਡੇ ਸਾਥੀਆਂ ਨੂੰ ਇਸ ਦੀ ਬਹੁਤ ਜ਼ਰੂਰਤ ਹੈ, ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰਤ ਹੈ ਇਸ ਵਿਸ਼ੇ ਦੇ ਉੱਤੇ ਤੁਹਾਡੀ ਐਕਸਪਰਟੀਜ਼ ਦੀ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਸਟੂਡੀਓ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਮਨਪ੍ਰੀਤ ਜੀ ਫॉर ਬੁਲਾਉਣ ਲਈ, ਔਰ ਮੈਂ ਇੱਕੋ ਹੀ ਸੰਦੇਸ਼ ਦਾਂਗੀ ਕਿ ਅਸੀਂ ਹੈਲਦੀ ਟਿਪਸ, ਜਿਹਦੇ ਸਭ ਤੋਂ ਮੋਸਟ ਇੰਪੋਰਟੈਂਟ ਆਉਂਦਾ ਹੈ ਕਮਿਊਨੀਕੇਸ਼ਨ, ਰਾਈਟ, ਉਸ 'ਤੇ ਆਪਾਂ ਵਰਕਆਊਟ ਕਰੀਏ। ਆਪਣੀ ਰਿਲੇਸ਼ਨਸ਼ਿਪ ਦੀਆਂ ਕੀ ਨੀਡਸ ਨੇ, ਆਪਣੇ ਪਾਰਟਨਰ ਦੀਆਂ ਕੀ ਨੀਡਸ ਨੇ, ਕੀ ਐਕਸਪੈਕਟੇਸ਼ਨਸ ਨੇ, ਉਹਨਾਂ ਨੂੰ ਕਦੀ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੀਏ, ਤੇ ਆਪਾਂ ਦੋ ਡੰਡੀਆਂ ਨਾਲ ਵੀ ਬਣਾਈਏ, ਤੇ ਇਹਨੂੰ ਫॉर ਗ੍ਰਾਂਟਡ ਨਾ ਲਈਏ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਇਸ ਸੁਨੇਹੇ ਲਈ ਵੀ, ਤੇ ਅੱਜ ਦੇ ਤੁਹਾਡੇ ਸਮੇਂ ਵਾਸਤੇ ਵੀ। ਜੀ ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ।